ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਵੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਰਮਨਦੀਪ ਕੌਰ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਟੌਰਾ ਹੋਣੀ ਨੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਘੱਟ ਸਮਾਂ ਹੁੰਦਾ ਅੱਜ ਕੱਲ੍ਹ ਇਹਨਾਂ ਕੋਲੇ, ਕਿਉਂਕਿ ਜ਼ਿੰਮੇਵਾਰੀਆਂ ਸੇਵਾਵਾਂ ਬਹੁਤ ज़्यादा संगत के वालों इन्होंने सौंपिया गई ने। और इस समय जी जिम्मेवारी एक तो डिस्ट्रिक्ट गुरुद्वारा प्रबंधक कमेटी के बतौर प्रधान के वजों गुरुद्वारा साहिब विखे सेवावां निभा रहे हैं, तो दूसरा नाल ही माइनॉरिटी कमीशन दे विच बतौर सलाहकार दे वजों अपनी जिहड़ी सेवा निभा रहे हैं। बहुत उम्मीद है साडी सिख संगत नूं इन्हां दे कोलों कि बड़ी एक सूझमई तरीके दे नाल बड़े एक सब तो विशेष गल इन्हां दी है कि सुभाਅ बड़ा ठंडा जिहड़ा कहंदे ने ना। मैं बड़ी बारी गल कीती है टारा साहब होणां दे नाल, मैनूं इदां दा सुभाਅ लगदा हुंदा जिवें साडे पंजाब च कहंदे मेरे उत्ते ते भावें गड्डियां लंघा दो, मैनूं कोई बहुता फर्क नहीं पैंदा। गुरु साहब ने वो नेचर तुहानूं ना दित्ता होया है ना ਵੀਰ ਜੀ। ਤੇ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਦੇ ਆ ਉਤਰਾ ਚੜਾ ਜ਼ਿੰਦਗੀ ਦੇ ਵਿੱਚ ਆਉਂਦੇ ਹੁੰਦੇ ਨੇ ਹਨਾ ਜੀ। ਮੈਂ ਤੁਹਾਨੂੰ ਦੇਖਿਆ ਉਹਨਾਂ ਉਤਰਾਵਾਂ ਚੜਾਵਾਂ ਚ ਬੜੀ ਸ਼ਾਂਤਮਈ ਕਈ ਵਾਰੀ ਮੈਂ ਵੀ ਤੁਹਾਨੂੰ ਕਹਿੰਦੀ ਹੁੰਦੀ ਆ ਵੀਰ ਜੀ ਤੁਸੀਂ ਇਸ ਚੀਜ਼ ਦੇ ਉੱਤੇ ਕੁਝ ਕਹਿੰਦੇ ਨਹੀਂ ਹੋ, ਜਾਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਨਹੀਂ ਉਹ ਮੇਰਾ ਕਰਤਾਰ ਜਿਹੜਾ ਉਹ ਭਲੀ ਕਰੂਗਾ, ਉਹ ਇਸ ਚੀਜ਼ ਦੇ ਉੱਪਰ ਆਪੇ ਹੀ ਗੁਰੂ ਮਹਾਰਾਜ ਦੇਖਦੇ ਨੇ। ਕਿਵੇਂ ਲੱਗਦਾ ਇਹ ਇੱਕ ਨੇਚਰ ਹੋਣਾ ਵੀ ਬੜੀ ਸੁਭਾਅ ਬੜੀ ਹੈਰਾਨੀ ਜੀ ਵਾਲੀ ਗੱਲ ਹੈ। ਦੇਖੋ ਰਮਨ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, गुरबाणी की सानू सिक्ख्या ही यही है जी कि सब को मीत हम अपन कीना, हम सबना के साजत। पहली गल, ना को वैरी नहीं बेगाना, सगल संग हमको बनिया। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਜਦੋਂ ਇਸ ਕਨਸੈਪਟ ਨੂੰ ਆਪਣੇ ਜੀਵਨ ਦੇ ਵਿੱਚ ਅਸੀਂ ਉਤਾਰਨ ਦਾ ਯਤਨ ਕਰਦੇ ਹਾਂ ਤੇ ਸੱਚ ਜਾਣਿਓ ਫਿਰ ਨਾ ਤਾਂ ਕੋਈ ਡਰ ਹੁੰਦਾ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਸ਼ੰਕਾ ਹੁੰਦੀ ਹੈ। ਔਰ ਖਾਸ ਕਰਕੇ ਜਿਹੜਾ ਅਸੀਂ ਜੀਵਨ ਦੇ ਵਿੱਚ ਮਾਰਗ ਚੁਣਦੇ ਹਾਂ, ਜਦੋਂ ਸਾਨੂੰ ਇਸ ਗੱਲ ਦਾ ਭਰੋਸਾ ਹੋਏ ਕਿ ਮੈਂ ਸੱਚੇ ਮਾਰਗ ਤੇ ਚੱਲ ਰਿਹਾ, ਮੈਂ ਠੀਕ ਮਾਰਗ ਤੇ ਚੱਲ ਰਿਹਾ, ਜੋ ਜਿਹੜਾ ਕੰਮ ਮੈਂ ਕਰ ਰਿਹਾ ਉਹ ਗੁਰੂ ਆਸ਼ਾ ਅਨੁਸਾਰ ਠੀਕ ਹੈ, ਸਿਧਾਂਤਕ ਪੱਧਰ ਦੇ ਉੱਤੇ ਠੀਕ ਹੈ, ਤਾਂ ਫਿਰ ਜੇ ਅਗਰ ਕੋਈ ਕਿਤੇ ਨਾ ਕਿਤੇ ਉਤਾਰ ਚੜਾਵ ਆਂਦਾ ਵੀ ਹੈ ਤੇ ਅਸੀਂ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਅਰਦਾਸ ਮਨੂੰ ਕਰਨੇ ਆ ਕਿ ਮਾਲਕ ਉਹਨਾਂ ਤੇ ਕਿਰਪਾ ਕਰੇ, ਤਾਂ ਕਿ ਉਹਨਾਂ ਨੂੰ ਵੀ ਇਹ ਸੋਝ ਆਏ ਕਿ ਭਾਈ ਨਹੀਂ ਅਸੀਂ ਐਵੇਂ ਨਹੀਂ ਕਿਸੇ ਚੀਜ਼ ਨੂੰ ਕਿਸੇ ਪਾਸੇ ਲੈ ਕੇ ਜਾਣਾ। ਸੋ ਉਸ ਕਨਸੈਪਟ ਨੂੰ ਲੈ ਕੇ ਅਸੀਂ ਦਿਨ ਦੇ ਵਿੱਚ ਹਰ ਸਵਾਸ ਦੇ ਨਾਲ ਮੈਂ ਸ਼ੁਕਰਾਨਾ ਕਰਨਾ ਕਿ ਮਾਲਕ ਅਗਰ ਅੱਜ ਪਤਾ ਨਹੀਂ ਕਿਤਨੀ ਕੁ ਵੱਡੀ ਉਹਨਾਂ ਦੀ ਕਿਰਪਾ ਹੈ ਕਿ ਸੇਵਾਵਾਂ ਲੈ ਰਿਹਾ ਵਾਹਿਗੁਰੂ। ਔਰ ਇਸੇ ਤਰ੍ਹਾਂ ਮੇਰੀ ਸੋਚ ਹੈ ਕਿ ਸੇਵਾਵਾਂ ਲੈਂਦੇ ਰਹਿਣ, ਜਦੋਂ ਤੱਕ ਲਈ ਕਰੀਏ ਸੇਵਾਵਾਂ ਨਿਡਰ ਹੋ ਕੇ ਔਰ ਬਿਲਕੁਲ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਅੰਸ਼ੇ ਮੁਤਾਬਕ, ਔਰ ਸਮੁੱਚੀ ਮਨੁੱਖਤਾ ਨੂੰ ਸੱਵੇ ਸਾਂਝੀ ਵਾਲ ਸਦਾਇਨ ਦਾ ਜਿਹੜਾ ਕਨਸੈਪਟ ਮੇਰੇ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਅਸੀਂ ਉਸ ਨੂੰ ਲੈ ਕੇ ਤੁਰੀਏ ਔਰ ਇਹ ਕਨਸੈਪਟ ਲੈ ਕੇ ਹੀ ਚੱਲ ਰਹੀ ਹੈ। ਵੀਰ ਜੀ ਜਿਹੜਾ ਅਜੋਕਾ ਸਮਾਂ ਨਾ, ਇਹਦੇ ਵਿੱਚ ਮੈਨੂੰ ਮੇਰਾ ਆਪਣਾ ਪਰਸਨਲ ਜਿਹੜਾ ਸੁਝਾਅ, ਮਤਲਬ ਮੇਰੀ ਸੋਚ ਇਹ ਕਹਿੰਦੀ ਹੈ ਕਿ ਤੁਹਾਡੇ ਲਈ ਸੇਵਾ ਕਰਨ ਦੇ ਵਿੱਚ ਵੀ ਬਹੁਤ ਸਾਰੇ ਚੈਲੰਜਸ ਜਿਹੜੇ ਆਉਂਦੇ ਨੇ, ਇਹ ਕਿਉਂਕਿ ਤੁਸੀਂ ਹਰ ਇੱਕ ਦੀ ਸੋਚ ਦੇ ਹਿਸਾਬ ਨਾਲ ਨਹੀਂ ਚੱਲ ਸਕਦੇ ਹੈ ਨਾ। ਤੁਹਾਨੂੰ ਨਹੀਂ ਲੱਗਦਾ ਜਿੱਦਾਂ ਮੈਂ ਤੁਹਾਡੇ ਸਾਹਮਣੇ ਆ, ਤੁਸੀਂ ਜਾਂ ਮੈਂ ਨਹੀਂ ਇਹ ਸੋਚ ਸਕਦੀ ਕਿ ਤੁਸੀਂ ਮੇਰੇ ਹਿਸਾਬ ਨਾਲ ਸੋਚੋ, ਤੁਹਾਡੀ ਆਪਣੀ ਸੋਚ ਹੈ ਨਾ। ਬਿਲਕੁਲ। ਤਾਂ ਤੁਸੀਂ ਕਿਵੇਂ ਦੇਖਦੇ ਹੋ ਰੋਜ਼ ਨਵੀਂ ਕੁਛ ਨਾ ਕੁਛ ਚੈਲੰਜਸ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਆਉਂਦੇ ਹੋਣੇ ਆ ਜਦੋਂ ਤੁਸੀਂ ਹੁਣ ਆਪਣੀ ਇਹ ਜ਼ਿੰਮੇਵਾਰੀਆਂ ਨਿਭਾ ਰਹੇ ਹੋ, ਉਹਨਾਂ ਚੈਲੰਜਸ ਤੋਂ ਸਿੱਖਦੇ ਹੋ ਰੋਜ਼ ਕਿਵੇਂ ਦਾ ਲੱਗਦਾ? ਬਿਲਕੁਲ ਜੀ, ਮੈਂ ਇਹੀ ਕਹਿਣ ਲੱਗਾ ਸੀ ਕਿ ਇਹਨਾਂ ਚੈਲੰਜਸ ਤੋਂ ਅਸੀਂ ਰੋਜ਼ ਸਿੱਖਦੇ ਹਾਂ, ਕਿਉਂਕਿ ਗੁਰੂ ਨੇ ਸਿੱਖ ਬਣਾਇਆ ਸਿੱਖਣ ਦੇ ਲਈ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਕਿ ਸਿੱਖ ਨੇ ਰੋਜ਼ ਸਿੱਖਣਾ ਔਰ ਹਰ ਦਿਨ ਸਾਡੇ ਜੀਵਨ ਦੇ ਵਿੱਚ ਲੈਸਨ ਲੈਣ ਦਾ ਹੈ। ਔਰ ਜਿਹੜੇ ਭਰਾ ਸਾਡੇ, ਜਿਹੜੇ ਵੀਰ ਸਾਡੇ ਸੱਜਣ ਜਿਹੜੇ ਸਾਨੂੰ ਇਹ ਜਗਾਉਂਦੇ ਨੇ ਨਾ, ਤੇ ਅਸੀਂ ਉਹਦਾ ਸ਼ੁਕਰੀਆ ਅਦਾ ਕਰਨੇ ਆ ਕਿ ਵਾਕਿਆ ਹੀ ਅਜੇ ਅਸੀਂ ਉਸ ਮੋੜ ਤੇ ਨਹੀਂ ਹੈਗੇ, ਤੇ ਜੇ ਅਸੀਂ ਉਸ ਮੋੜ ਤੇ ਹੋਵਾਂਗੇ ਤੇ ਫਿਰ ਉਸ ਵੇਲੇ ਸਾਡਾ ਕੀ ਬਣੇਗਾ। ਤੇ ਸਾਨੂੰ ਸੁਚੇਤ ਕਰਦੇ ਨੇ, ਸਾਡੇ ਅੰਦਰ ਜਾਗਰਤੀ ਪੈਦਾ ਕਰਦੇ ਨੇ। ਬਾਬੇ ਕਬੀਰ ਨੇ ਵੀ ਬਹੁਤ ਖੂਬਸੂਰਤ ਗੱਲਾਂ ਗੁਰਬਾਣੀ ਵਿੱਚ ਕੀਤੀਆਂ, ਮੈਂ ਖੈਰ ਉਸ ਪਾਸੇ ਜ਼ਿਆਦਾ ਨਹੀਂ ਜਾਂਦਾ, ਉਹਨਾਂ ਨੇ ਹਵਾਲੇ ਦਿੱਤੇ ਨੇ, ਕਿਉਂਕਿ ਬਾਬਾ ਕਬੀਰ ਵੀ ਐਸੇ ਮਹਾਂਪੁਰਖ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਸੁਸ਼ੋਭਿਤ ਹਨ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਸਾਰੇ ਦੋਸ਼ ਉਹਦੇ ਤੇ ਲੱਗੇ। ਉਸ ਵੇਲੇ ਦੇ ਸਮੇਂ ਦੀ ਹਕੂਮਤਾਂ ਨੇ, ਜਿਹੜੇ ਸਮੇਂ ਦੇ ਉਹਨਾਂ ਦੇ ਨਾਲ ਜਿਹੜੇ ਲੋਕ ਉਹਨਾਂ ਦੇ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ, ਉਹਨਾਂ ਨੇ ਬੜੇ ਜੋ ਉਹਨਾਂ ਦੇ ਉੱਤੇ ਕਈ ਕਿਸਮ ਦੇ ਉੱਤੇ ਦੋਸ਼ ਲਗਾਏ। ਤੇ ਬਾਬੇ ਕਬੀਰ ਨੇ ਬੜਾ ਕਲੀਅਰ ਕਿਹਾ ਕਿ ਨਹੀਂ ਭਾਈ, ਇਹ ਲੋਕ ਮੈਨੂੰ ਸੁਚੇਤ ਕਰਦੇ ਨੇ, ਸਾਡੇ ਤੇ ਮਤਲਬ ਜੇ ਅਸੀਂ ਸਾਨੂੰ ਇਹ ਜਾਗਰਤ ਕਰਦੇ ਨੇ
ਤੇ ਉਹਨਾਂ ਉਸ ਜਾਗਰਤਪਣੇ ਵਿੱਚੋਂ ਹੀ ਸਾਡੇ ਜੀਵਨ ਦੇ ਜਿਹੜੇ ਕਰਮ ਨੇ ਚੰਗੇ ਆਉਂਦੇ ਨੇ। ਸੋ ਅਸੀਂ ਵੀ ਇਸੇ ਤਰ੍ਹਾਂ ਉਸੇ ਹੀ ਆਈਡੀਓਲੋਜੀ ਨੂੰ ਲੈ ਕੇ ਚੱਲਨੇ ਹਾਂ ਕਿ ਠੀਕ ਹੈ, ਜੇ ਕਿਤੇ ਗਲਤੀਆਂ ਇਨਸਾਨ ਕਰਦਾ ਹੈ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਜੇ ਸੰਪੂਰਨ ਕੇਵਲ ਸਤਿਗੁਰੂ ਹੀ ਹੈ। ਅਸੀਂ ਪੈਰ ਪੈਰ ਤੇ ਭੁੱਲਣ ਹਾਰ ਹਾਂ, ਕਿਨ ਕਿਨ ਭੁੱਲਣ ਹਾਰ ਹਾਂ, ਲੇਕਿਨ ਗਲਤੀਆਂ ਕਰਕੇ ਅਸੀਂ ਜੇ ਉਸ ਨੂੰ ਮੰਨੀਏ ਨਾ, ਜਾਂ ਗਲਤੀ ਨੂੰ ਹੀ ਅਸੀਂ ਇੱਕ ਗਲਤੀ ਨੂੰ ਕਰਕੇ ਤੇ ਫਿਰ 10 ਗਲਤੀਆਂ ਉਹਨੂੰ ਛੁਪਾਉਣ ਦੇ ਲਈ ਹੋਰ ਕਰੀਏ, ਉਹ ਗਲਤ ਹੈ। ਅਗਰ ਕਿਤੇ ਗਲਤੀ ਬੰਦਾ ਗਲਤੀ ਕਰਦਾ, ਜਿਹੜਾ ਕੰਮ ਕਰੇਗਾ ਪਹਿਲੀ ਗੱਲ ਯਾਦ ਰੱਖਿਓ ਗਲਤੀ ਉਹਦੇ ਕੋਲ ਹੋਏਗੀ, ਜਿਹੜਾ ਕੰਮ ਕਰੇਗਾ ਉਹਦੇ ਕੋਲ ਗਲਤੀ ਵੀ ਹੋਏਗੀ, ਤੇ ਜਿਹੜਾ ਕੰਮ ਨਹੀਂ ਕਰੇਗਾ ਤੇ ਉਹ ਨੈਚੁਰਲੀ ਗੱਲ ਹੈ ਕਿ ਉਹ ਤਾਂ ਫਿਰ ਕੁਝ ਵੀ ਨਹੀਂ ਕਰੇਗਾ ਨਾ। ਹਾਂ ਬਿਲਕੁਲ ਠੀਕ ਹੈ, ਜਿਹੜਾ ਕੰਮ ਕਰੇਗਾ ਗਲਤੀਆਂ ਵੀ ਹੋਣਗੀਆਂ, ਸਭ ਕੁਝ ਹੋਏਗਾ, ਪਰ ਗਲਤੀ ਕਰਕੇ ਗਲਤੀ ਤੋਂ ਹੀ ਸਬਕ ਲੈ ਲੈਣਾ ਜਾਂ ਸੁਚੇਤ ਹੋ ਜਾਣਾ, ਮੈਨੂੰ ਲੱਗਦਾ ਕਿ ਇਨਸਾਨ ਦਾ ਸਭ ਤੋਂ ਪਹਿਲਾ ਫਰਜ਼ ਹੈ। ਔਰ ਆਪਣੀ ਜ਼ਿੰਦਗੀ ਵਿੱਚ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਦੇ ਹਾਂ। ਬਿਲਕੁਲ, ਕਿਉਂਕਿ ਇੱਥੇ ਤੁਹਾਡੀ ਗੱਲ ਤੋਂ ਜ਼ਰੂਰ ਇਹ ਗੱਲ ਆਉਂਦੀ ਹੈ ਕਿ ਚਰਚਾ ਦਾ ਵਿਸ਼ਾ ਬਣੇ ਰਹਿਣਾ ਜ਼ਰੂਰੀ ਹੈ। ਇਹ ਤਾਂ ਹਿਊਮਨ ਕਹਿੰਦੇ ਨੇ ਨਾ, ਗੱਲ ਵੀ ਉਹਦੀ ਹੁੰਦੀ ਜਿਹਦੇ 'ਚ ਕੋਈ ਗੱਲ ਹੁੰਦੀ ਹੈ। ਦੇਖੋ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਕਿਸੇ ਬੜੇ ਖੂਬਸੂਰਤ ਵਿਦਵਾਨ ਨੇ ਇੱਕ ਗੱਲ ਲਿਖੀ ਸੀ। ਉਹ ਕਹਿੰਦੇ ਸੀ ਜਦੋਂ ਤੁਸੀਂ ਕੁਝ ਕਰੋਗੇ ਨਾ ਤੇ ਸਮਝੋ ਕਿ ਉਹਦਾ ਰਿਐਕਸ਼ਨ ਵੀ ਹੋਏਗਾ, ਐਕਸ਼ਨ ਦਾ ਰਿਐਕਸ਼ਨ ਹੁੰਦਾ ਹੀ ਹੈ। ਤੇ ਨੈਚੁਰਲੀ ਗੱਲ ਹੈ ਕਿ ਤੁਸੀਂ ਕੁਝ, ਜਦੋਂ ਤੁਹਾਡੀ ਚਰਚਾ ਚੱਲੇਗੀ, ਇਟ ਮੀਨਸ ਯੂ ਆਰ ਡੂਇੰਗ ਸਮਥਿੰਗ, ਤੁਸੀਂ ਕੁਝ ਕਰ ਰਹੇ ਹੋ। ਜੇ ਨਹੀਂ ਕਰ ਰਹੇ ਤੇ ਪੱਥਰ ਨੂੰ ਕੌਣ ਪੁੱਛ ਰਿਹਾ? ਹਾਂ ਬਿਲਕੁਲ, ਹੈ ਨਾ, ਤੁਸੀਂ ਪਏ ਹੋ ਤਾਂ ਫਿਰ ਤਾਂ ਕੋਈ ਗੱਲ ਨਹੀਂ। ਜਦੋਂ ਕੁਝ ਕਰ ਰਹੇ ਹੋ, ਚੱਲ ਰਹੇ ਹੋ, ਤੇ ਸਭ ਕੁਝ ਹੋਏਗਾ। ਔਰ ਅਸੀਂ ਗੁਰੂ ਦੀ ਟੇਕ ਲੈ ਕੇ, ਸੰਗਤ ਦੇ ਅਸੀਸਾਂ ਲੈ ਕੇ, ਔਰ ਆਪਣੇ ਸਤਿਗੁਰੂ ਨੂੰ ਸਮਰਪਿਤ ਹੋ ਕੇ, ਹਾਜ਼ਰ ਨਾਜ਼ਰ ਜਾਣ ਕੇ ਹਮੇਸ਼ਾ ਆਪਣਾ ਜੀਵਨ ਦੇ ਕਰਮ ਕਰੀ ਜਾ ਰਹੇ ਹਾਂ। ਰਿਜ਼ਲਟ ਉਸਦੇ ਆਪਣੇ ਹੱਥ ਵਿੱਚ ਹੈ। ਹਾਂ ਬਿਲਕੁਲ, ਜਿੱਦਾਂ ਵੀਰ ਜੀ ਹੁਣ ਗੱਲ ਕਰਦੇ ਆ ਤੁਹਾਡੇ ਮਾਈਨੋਰਿਟੀ ਕਮਿਸ਼ਨ ਦਾ ਜਿਹੜਾ ਤੁਹਾਨੂੰ ਹਨਾ ਸਲਾਹਕਾਰ ਦੇ ਵਜੋਂ ਸੇਵਾ ਮਿਲੀ ਹੋਈ ਆ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਬੜੀ ਉਮੀਦ ਹੈਗੀ ਆ ਤੁਹਾਡੇ ਕੋਲ। ਇੱਕ ਤੇ ਦੇਖੋ ਤੁਸੀਂ ਪ੍ਰਧਾਨ ਹੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਹਾਡਾ ਰੋਜ਼ ਸਾਡੇ ਲੋਕਾਂ ਦੇ ਨਾਲ ਤੁਹਾਡਾ ਮਿਲਾਪ ਰਹਿੰਦਾ ਹੈਗਾ, ਤੁਸੀਂ ਰੋਜ਼ਾਨਾ ਹੀ ਕੁਝ ਨਵਾਂ ਦੇਖਦੇ ਹੋ ਕਿ ਸਾਡੀ ਸਿੱਖ ਕੌਮ ਅਕਸਰ ਖੜੀ ਕਿੱਥੇ ਹੈ, ਚਾਹੁੰਦੀ ਕੀ ਹੈ, ਕਿਸ ਤਰ੍ਹਾਂ ਦੇ ਨਾਲ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਅੱਗੇ ਜਾ ਕੇ ਸਰਵਾਈਵ ਕਰਾਂਗੇ, ਕਿ ਅਸੀਂ ਸਾਡੇ ਲਈ ਈਜ਼ੀ ਹੋ ਜਾਵੇ, ਹਨਾ। ਤੁਹਾਡੇ ਕੋਲ ਇਸ ਸਮੇਂ ਸਮਾਂ ਮਿਲਿਆ ਤੁਹਾਨੂੰ, ਤੁਸੀਂ ਉਸ ਆਪਣੀ ਜ਼ਿੰਮੇਵਾਰੀ ਦੇ ਉੱਪਰ, ਜਿਵੇਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਹੌਲੀ ਹੌਲੀ ਤੁਸੀਂ ਸਟੈਪ ਬਾਏ ਸਟੈਪ ਇਹਦੇ ਵਿੱਚ ਗੁੜਦੇ ਜਾਓਗੇ, ਹਨਾ ਜੀ। ਹੁਣ ਉਹਨਾਂ 2-3 ਮਹੀਨਿਆਂ ਦੇ ਬਾਅਦ ਹੁਣ ਕਿਵੇਂ ਦੇਖਦੇ ਹੋ ਕਿ ਹਾਂ, ਮੈਨੂੰ ਆਪਣੇ ਆਪ ਦੇ ਉੱਤੇ ਪੂਰਨ ਵਿਸ਼ਵਾਸ ਹੈ ਕਿ ਜਿੰਨੀ ਦੇਰ ਤੱਕ ਇਹ ਜ਼ਿੰਮੇਵਾਰੀ ਮੇਰੇ ਕੋਲ ਹੈ, ਮੈਂ ਕੁਝ ਕਰਾਂ? ਬਿਲਕੁਲ ਰਮਨ ਜੀ, ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ DGPC ਦੇ ਵਿੱਚ ਅੱਜ ਇੱਕ ਅਹਿਮ ਜ਼ਿੰਮੇਵਾਰੀ ਜੰਮੂ ਦੀ ਡਿਸਟ੍ਰਿਕਟ ਲੈਵਲ ਤੇ ਦਾਸ ਦੀ ਝੋਲੀ ਵਿੱਚ ਹੈ, ਉਸ ਤੋਂ ਪਹਿਲਾਂ ਵੀ ਅਸੀਂ ਜਿਹੜੀ ਸਮਾਜ ਦੀ ਇਸੇ ਸੇਵਾ ਵਿੱਚ ਜੁੜੇ ਸੀ, ਭਾਵੇਂ ਕਿਸੇ ਵੀ ਸੰਸਥਾ ਦੇ ਰੂਪ ਵਿੱਚ ਜੁੜੇ ਸੀ ਜਾਂ ਕੋਈ ਕਿਸੇ ਆਰਗੇਨਾਈਜੇਸ਼ਨ ਨਾਲ ਜੁੜ ਕੇ, ਜਾਂ ਜਿਸ ਤਰ੍ਹਾਂ ਸਾਡੀ ਇੱਕ ਆਪਣੀ ਸੰਸਥਾ ਬਣਾਈ ਹੋਈ ਸੀ ਜਿਹੜੀ ਬਾਰਡਰ ਬੈਲਟ ਤੇ ਬਹੁਤ ਕੰਮ ਕਰਦੀ ਸੀ, ਬਾਬਾ ਮੱਖਣ ਸ਼ਾਹ ਲੁਬਾਨਾ ਸੇਵਾ ਸੁਸਾਇਟੀ ਦੇ ਨਾਂ ਤੇ, ਜਿਹੜੀ ਰਜਿਸਟਰਡ ਸੰਸਥਾ ਹੈ, ਜਿਹਦੇ ਵਿੱਚ ਅਸੀਂ ਬਹੁਤ ਸਾਰੇ ਗਰਾਊਂਡ ਦੇ ਜਾ ਕੇ ਅਸੀਂ ਲੋਕਾਂ ਦੇ ਨਾਲ ਮਿਲਦੇ ਸੀ, ਗੱਲਬਾਤ ਕਰਦੇ ਸੀ, ਉਹਨਾਂ ਦੀ ਦੁੱਖ ਤਕਲੀਫਾਂ ਸੁਣਦੇ ਸੀ, ਤੇ ਜੋ ਸਾਡੇ ਕੋਲ ਸਰਦਾ ਬੰਦਾ ਸੀ ਅਸੀਂ ਉਹ ਕਰਦੇ ਸੀ। ਉਹਦੇ 'ਚ ਸਾਡੇ ਦਸਵੰਧ ਵੀ ਆਪਣੇ ਲੱਗਦੇ ਸੀ, ਸਾਡੇ ਸੱਜਣਾ ਦੇ, ਸਾਡੇ ਰਿਸ਼ਤੇਦਾਰਾਂ ਦੇ, ਸਾਡੇ ਸਾਥੀਆਂ ਦੇ, ਜਾਂ ਜਿਹੜਾ ਸਾਨੂੰ ਕੁਝ ਦਸਵੰਧ ਦਿੰਦਾ ਸੀ, ਅਸੀਂ ਉਸ ਦਸਵੰਧ ਨੂੰ ਅਸੀਂ ਕਹਿੰਦੇ ਸੀ ਤੁਸੀਂ ਇੱਥੇ ਲਗਾ ਦਿਓ। ਦਾਸ ਇੱਕ ਡਿਊਟੀ ਹੋਰ ਨਾਲ ਨਿਭਾਉਂਦਾ ਹੈ ਪ੍ਰਚਾਰਕ ਦੀ, ਜੋ ਅੱਜ ਵੀ ਐਗਜ਼ਿਟਿਵ ਚੱਲ ਰਹੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਡਿਊਟੀ ਨਿਭਾਉਂਦਾ ਸੀਗਾ, ਅੱਜ ਵੀ ਉਸੇ ਤਰ੍ਹਾਂ ਡਿਊਟੀ ਉਹ ਨਿਭਾ ਰਹੇ ਆ ਜੀ। ਔਰ ਉਸ ਦੇ ਨਾਲ ਸਾਨੂੰ ਸਭ ਤੋਂ ਵੱਡਾ ਮੈਨੂੰ ਇਸ ਅਸਾਈਨਮੈਂਟ ਤੇ ਪਹੁੰਚ ਕੇ ਲਾਭ ਇਹ ਆਉਂਦਾ, ਮੈਂ ਕਹਾਂਗਾ ਕਿ ਮੈਨੂੰ ਰੋਜ਼ ਪਬਲਿਕ ਦੇ ਵਿੱਚ, ਸੰਗਤ ਦੇ ਵਿੱਚ 200-400 ਬੰਦੇ ਦੇ ਵਿੱਚ ਰੂਬਰੂ ਹੋਣ ਦਾ ਟਾਈਮ ਮਿਲਦਾ ਹੈ, ਕਰੀਬਨ ਹਫ਼ਤੇ 'ਚ 4-5 ਦਿਨ। ਠੀਕ ਹੈ, ਵੱਖ-ਵੱਖ ਨਗਰਾਂ ਵਿੱਚ, ਵੱਖ-ਵੱਖ ਪਿੰਡਾਂ ਵਿੱਚ, ਵੱਖ-ਵੱਖ ਸ਼ਹਿਰਾਂ ਵਿੱਚ, ਸਾਰੇ ਪਾਸੇ ਜਾ ਕੇ ਤੇ ਆਪਣੀ ਗੱਲ ਕਰਨ ਦਾ ਵੀ ਮੌਕਾ ਮਿਲਦਾ ਹੈ, ਉਹਨਾਂ ਦੀ ਗੱਲ ਸੁਣਨ ਦਾ ਵੀ ਮੌਕਾ ਮਿਲਦਾ ਹੈ, ਹਾਲਾਤਾਂ ਦਾ ਪਤਾ ਲੱਗਦਾ ਹੈ। ਤੇ ਸਤਿਗੁਰੂ ਜੀ ਨੇ ਵਿਧ ਵੀ ਐਸੀਆਂ ਨਾਲ ਬਣਾਈ ਜਾ ਰਹੇ ਨੇ, ਜਿਸ ਤਰ੍ਹਾਂ ਤੁਸੀਂ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦੀ ਗੱਲ ਕੀਤੀ, ਜਾਂ ਗੱਲ ਕੀਤੀ ਤੁਸੀਂ DGPC ਦੇ ਜੋ ਮੁੱਖ ਸੇਵਾਦਾਰ ਹੋਣ ਦੀ, ਜਾਂ ਸਮਾਜ ਦੇ ਵਿੱਚ ਅੱਗੇ ਜਿਹੜੇ ਕੰਮ ਸੰਗਤਾਂ ਨੂੰ ਕੀ ਅੱਗੇ ਆਉਣ ਵਾਲੇ ਸਮੇਂ 'ਚ ਬੈਨੀਫਿਟ ਹੋਣਗੇ। ਤੇ ਮੈਂ ਸਮਝਦਾ ਹਾਂ ਕਿ ਇਹ ਜੋ ਕੁਝ ਵੀ ਸਰਕਮਸਟਾਂਸ ਬਣੇ ਨੇ, ਇਹ ਸਾਰੇ ਦੇ ਸਾਰੇ ਹੀ ਇੱਕ ਹੀ ਪਹਿਲੂ ਮੈਨੂੰ ਨਜ਼ਰ ਆ ਰਿਹਾ ਇਹਦੇ ਵਿੱਚ, ਕਿ ਸਾਡੇ ਵਾਸਤੇ ਜੋ ਸੰਗਤਾਂ ਦੇ ਲਈ ਅਸੀਂ ਜੋ ਕੰਮ ਕਰਨੇ ਸੀ, ਇਹ ਇੱਕ ਦੇ ਨਾਲ 1+1 ਹੁੰਦਾ ਜਾ ਰਿਹਾ, ਇੱਕ ਨਾਲ ਇੱਕ ਚੀਜ਼ ਜੁੜਦੀ ਜਾ ਰਹੀ ਹੈ। ਜਿੱਥੇ ਸਾਡੇ ਕੋਲ ਸੰਸਥਾ ਦੇ ਵਿੱਚ ਅਸੀਂ ਕੰਮ ਕਰਦੇ ਸੀ, ਤੇ ਸਾਡੇ ਕੋਲ ਉਸ ਵੇਲੇ ਅਧਾਰਾ ਸਾਡਾ ਸ਼ਾਇਦ ਸੰਸਥਾ ਤੱਕ ਹੀ ਸੀ, ਜਦੋਂ ਅਸੀਂ DGPC ਵਿੱਚ ਆਏ ਤੇ ਇਹ ਅਧਾਰਾ ਵਧਿਆ,
ਬਿਲਕੁਲ। ਆਧਾਰਾ ਵਧਿਆ, ਸਾਡੇ ਕੋਲ ਫੈਸਿਲਿਟੀਆਂ ਵਧੀਆਂ ਔਰ ਅਸੀਂ ਇਹਨਾਂ ਦੀ ਯੂਟਿਲਾਈਜੇਸ਼ਨ ਸ਼ੁਰੂ ਕੀਤੀ। ਹਾਂ ਬਿਲਕੁਲ। ਉਹਦੇ ਚ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਝ ਬੱਚਿਆਂ ਦੀਆਂ ਅਗਰ ਫੀਸਿਸ ਦਾ ਹੈ ਜਾਂ ਕੋਈ ਜ਼ਰੂਰਤਮੰਦ ਆ ਜਾਂਦਾ ਹੈ, ਕੁਝ ਡੀਜੀਪੀਸੀ ਕੋਲ ਕਰ ਲਿਆ ਜਾਂ ਇਸ ਪਲੇਟਫਾਰਮ ਤੇ ਆ ਕੇ ਸਾਡੇ ਨਾਲ ਹੋਰ ਬਹੁਤ ਸਾਰੇ ਲੋਕ ਜੁੜੇ, ਅਸੀਂ ਉਹਨਾਂ ਨੂੰ ਦੇ ਦਿੰਨੇ ਆ ਭਈ ਇਹ ਬੱਚਾ ਤੁਸੀਂ ਅਡਾਪਟ ਕਰ ਲਓ, ਤੁਸੀਂ ਇਸ ਬੱਚੇ ਦੀ ਫੀਸ 2-4 ਸਾਲ ਤੁਸੀਂ ਭਰ ਦਿਓ, ਇਹ ਭੈਣ ਬਿਮਾਰ ਹੈ, ਇਹ ਭਰਾ ਬਿਮਾਰ ਹੈ, ਇਹਦੀ ਫੀਸ, ਇਹਦੀ ਜਿਹੜੀ ਦਵਾਈ ਹੈ ਮਹੀਨੇ ਦੀ 1500 ਦੀ ਹੈ, 2000 ਦੀ ਹੈ, ਇਹਦੇ ਕੋਲ ਸਮਰੱਥਾ ਨਹੀਂ ਹੈ, ਅਸੀਂ ਉਹ ਅਸਾਈਨਮੈਂਟ ਕਿਸੇ ਨੂੰ ਜਿਹੜੇ ਸਾਡੇ ਨਾਲ ਜੁੜੇ ਲੋਕ ਨੇ, ਅਸੀਂ ਕਹਿੰਦੇ ਹਾਂ ਕਿ ਤੁਸੀਂ ਵੀਰ ਜੀ ਇਹਨਾਂ ਦੀ ਸੇਵਾ ਤੁਸੀਂ ਲੈ ਲਓ, ਮਹੀਨੇ ਦੀ 1500 ਦੀ ਦਵਾਈ ਤੁਸੀਂ ਲੈ ਦਿਓ, 3000 ਦੀ ਦਵਾਈ ਤੁਸੀਂ ਲੈ ਦਿਓ। ਕੋਈ ਸਾਨੂੰ ਆਪਰੇਸ਼ਨ ਵਾਲਾ ਆ ਜਾਂਦਾ ਜਿਹਦੇ ਵਿਚਾਰੇ ਦੇ ਪੇਪਰਸ ਪੂਰੇ ਨਹੀਂ ਹੈ ਜਾਂ ਗਵਰਨਮੈਂਟ ਦੇ ਜਿਹੜੀ ਸਕੀਮਾਂ ਤੋਂ ਬੈਨੀਫਿਟ ਨਹੀਂ ਲੈ ਸਕਦੇ, ਉਹਨਾਂ ਨੂੰ ਵੀ ਅਸੀਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕਰਨੇ ਆ, ਮੈਕਸਿਮਮ ਜੋ ਸਾਡੀ ਹੋ ਸਕਦਾ ਹੈ। ਕਈਆਂ ਨੂੰ ਅਸੀਂ ਨਹੀਂ ਵੀ ਕਰ ਪਾਉਂਦੇ ਕਿਉਂਕਿ ਕਈ ਵਾਰ ਜ਼ਿਆਦਾ ਲੋਕ ਵੀ ਸਾਡੇ ਕੋਲ ਆ ਜਾਂਦੇ ਨੇ। ਹੁਣ ਸਾਡੇ ਕੋਲ ਜੋ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਦਾ ਜੋ ਇਹ ਸਟੇਟਸ ਜੋ ਸਾਨੂੰ ਮੈਂ ਕਹਾਂਗਾ ਕਿ ਗੁਰੂ ਦੀ ਰਹਿਮਤ ਹੋਈ ਹੈ, ਜਿਹਦੇ ਵਿੱਚ ਦਾਸ ਨੂੰ ਵੀ ਲਿੱਤਾ ਗਿਆ, ਜਿੱਥੇ ਅਸੀਂ 7 ਐਡਵਾਈਜ਼ਰ ਸਿੱਖ ਕੌਮ ਦੇ ਆਏ ਹਾਂ J&K ਵਿੱਚ। ਜੇਕਰ ਇਹ ਜੋ ਸਾਨੂੰ ਸਾਡੀ ਜਿਸ ਤਰ੍ਹਾਂ ਪਿਛਲੇ 2-3 ਦਿਨ ਪਹਿਲਾਂ ਸਾਡੀ ਮੀਟਿੰਗ ਜਿਹੜੀ ਹੈ 1 ਮਾਰਚ ਨੂੰ ਸਾਡੇ LG ਸਾਹਿਬ ਨਾਲ ਵੀ ਹੋਈ, ਉਹਦੇ ਵਿੱਚ ਸਾਡਾ ਸਭ ਤੋਂ ਪਹਿਲਾ ਕੰਮ ਸੀਗਾ ਕਿ ਤੁਸੀਂ ਮਾਈਨੋਰਟੀ ਕਮਿਸ਼ਨ ਜੋ ਹੈ ਇੱਥੇ ਲਾਗੂ ਕਰੋ ਸਟੇਟ ਦੇ ਵਿੱਚ। ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਵਿਦਿਨ 1 ਮੰਥ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1 ਮਹੀਨੇ 'ਚ ਤੁਹਾਡਾ ਜਿਹੜਾ ਸਟੇਟਸ ਹੈ ਇਹ ਲਾਗੂ ਹੋ ਜਾਏ ਮਾਈਨੋਰਟੀ ਕਮਿਸ਼ਨ ਦਾ। ਸੋ ਇਹਦੇ ਵਿੱਚ ਜੇ ਆ ਜਾਂਦਾ ਤੇ ਸਿੱਖ ਸਾਰੇ ਮਾਈਨੋਰਟੀ ਵਿੱਚ ਹੈ ਔਰ ਸਿੱਖ ਕੌਮ ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਹੋਵੇਗਾ। ਸਿੱਖ ਕੌਮ ਨੂੰ ਖਾਸ ਕਰ ਮੈਂ ਪਾਰਟਿਕੂਲਰ ਕਹਿ ਰਿਹਾ ਇਹ ਗੱਲ ਕਿ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ। 3 ਕੈਟਾਗਰੀ ਸਾਡੇ ਕੋਲ ਨੇ, 3 ਸੈਕਸ਼ਨ ਨੇ ਸਾਡੇ ਕੋਲ ਕੰਮ ਕਰਨ ਵਾਸਤੇ। ਪਹਿਲਾ ਸੈਕਸ਼ਨ ਜਿਹੜਾ ਸਾਡਾ ਆਉਂਦਾ ਹੈ ਉਹ ਹੈ ਐਜੂਕੇਸ਼ਨ ਦਾ। ਐਜੂਕੇਸ਼ਨ ਦੇ ਵਿੱਚ ਅਪਲਿਫਟਮੈਂਟ ਦੇਣਾ ਜੀ। ਐਜੂਕੇਸ਼ਨ ਦੇ ਵਿੱਚ ਆਪਣੇ ਬੱਚਿਆਂ ਨੂੰ ਪ੍ਰਾਇਮਰੀ ਲੈਵਲ ਤੋਂ ਲੈ ਕੇ ਤੇ ਤੁਸੀਂ ਕੰਪੀਟੀਟਿਵ ਐਗਜ਼ਾਮਸ ਤੱਕ, ਇੰਡੀਅਨ ਸਟੱਡੀਜ਼ ਤੋਂ ਲੈ ਕੇ ਤੇ ਫੋਰਨ ਸਟੱਡੀਜ਼ ਤੱਕ ਬਹੁਤ ਕੁਝ ਬੜੀਆਂ ਸਾਰੀਆਂ ਗਵਰਨਮੈਂਟ ਦੀਆਂ ਸਕੀਮਾਂ ਨੇ, ਪ੍ਰਧਾਨ ਮੰਤਰੀ ਸਾਹਿਬ ਦੀਆਂ ਸਕੀਮਾਂ ਨੇ ਜੋ 15 ਸੂਤਰੀ ਕਾਰਿਆਕਰਮ ਉਹਦੇ ਵਿੱਚ ਹਨ। ਹੁਣ ਇਹ ਸਕੀਮਾਂ ਜਿਹੜੀਆਂ ਸੀ ਜਿਸ ਤਰ੍ਹਾਂ ਆਉਂਦੀਆਂ ਸੀ ਉਸ ਤਰ੍ਹਾਂ ਪੈਕ ਰਹਿ ਜਾਂਦੀਆਂ, ਸਾਡੇ ਲੋਕਾਂ ਤੱਕ ਪਹੁੰਚਦੀਆਂ ਨਹੀਂ ਸਨ। ਮਤਲਬ ਗਵਰਨਮੈਂਟ ਕੁਝ ਕਰ ਰਹੀ ਹੈ, ਗਵਰਨਮੈਂਟ ਕੁਝ ਦੇਣਾ ਚਾਹੁੰਦੀ ਹੈ ਕਿਉਂਕਿ ਮਾਈਨੋਰਟੀਜ਼ ਦੀ ਇਨ ਇੰਡੀਆ 20 ਕਰੋੜ ਦੇ ਕਰੀਬ ਦੀ ਆਬਾਦੀ ਹੈ। ਮਾਈਨੋਰਟੀਜ਼ ਦੀ 20 ਕਰੋੜ ਟੋਟਲ, ਜਿਸ 'ਚ 6 ਕਾਸਟਾਂ ਆਉਂਦੀਆਂ ਨੇ। ਬਟ ਅਸੀਂ ਅੱਜ ਤੱਕ ਉਹ ਬੈਨੀਫਿਟ ਨਹੀਂ ਲੈ ਸਕੇ, ਕੌਮ ਨੂੰ ਬੈਨੀਫਿਟ ਨਹੀਂ ਮਿਲ ਪਾਏ। ਸੋ ਇਸ ਕਰਕੇ ਇਹ ਜੋ ਸਕੀਮਸ ਚੱਲ ਰਹੀਆਂ ਨੇ ਹੁਣ ਇਹ ਵੀ ਸੇਵਾ ਦੀ ਉਹੀ ਲੜੀ ਹੈ ਕਿ ਐਜੂਕੇਸ਼ਨ ਦੇ ਵਿੱਚ ਅਸੀਂ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਦੀ ਯੋਗਤਾਵਾਂ ਉਹਨਾਂ ਦੀਆਂ ਹੋਣਗੀਆਂ, ਜੈਸੀ ਉਹਨਾਂ ਦੀ ਸੋਚ ਬਣੇਗੀ ਜਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਸਟੇਟਸ ਹੋਏਗਾ, ਅਸੀਂ ਬੱਚਿਆਂ ਤੱਕ ਜਾਵਾਂਗੇ। ਜਿਸ ਤਰ੍ਹਾਂ ਅਸੀਂ ਪਿੰਡ ਲੈਵਲ ਤੇ, ਬਾਰਡਰ ਲੈਵਲ ਤੇ ਅਸੀਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ। ਔਰ ਸੈਕੰਡਲੀ ਸਾਡੇ ਕੋਲ ਸੀ ਜਿਹੜੇ ਸੋਸ਼ਲੀ ਤੇ ਇਕਨੋਮਿਕਲੀ ਜਿਹੜੇ ਲੋਕ ਵੀਕਰ ਹੋ ਗਏ ਨੇ, ਜਿਨ੍ਹਾਂ ਦੇ ਕੋਲ ਸੋਰਸਿਸ ਨਹੀਂ ਨੇ, ਜਿਹੜੇ ਦਿਹਾੜੀ ਤਬਕਾ ਦੇ ਲੋਕ ਨੇ ਜਾਂ ਬਿਲਕੁਲ ਹੀ ਫਾਰਮਰ ਜਿਨ੍ਹਾਂ ਦੇ ਕੋਲ ਜ਼ਮੀਨਾਂ ਵੀ ਨਹੀਂ ਨੇ, ਦੂਜਿਆਂ ਦੀ ਬੇਗਾਰੀ ਕਰਦੇ ਨੇ, ਉਹਨਾਂ ਦੇ ਲਈ ਵੀ ਬਹੁਤ ਸਾਰੇ ਸਕੀਮਸ, ਇੰਪਲੋਇਮੈਂਟ ਸਕੀਮਸ ਵੀ ਬਣਨਗੀਆਂ ਗਵਰਨਮੈਂਟ ਦੀਆਂ ਹਨ। ਅਸੀਂ ਸਿਰਫ ਇੱਕ ਅਵੇਅਰਨੈਸ ਲਿਆਉਣੀ ਹੈ, ਪਲੱਸ ਉਹਨਾਂ ਦਾ ਡਾਟਾ ਲੈ ਕੇ ਤੇ ਗਵਰਨਮੈਂਟ ਨੈਸ਼ਨਲ ਕਮਿਸ਼ਨ ਦੇ ਜਿਹੜੇ ਚੇਅਰਮੈਨ ਉਹਨਾਂ ਤੱਕ ਪਹੁੰਚਾਉਣਾ ਔਰ ਉਹਨਾਂ ਦਾ ਸਾਡੇ ਬਿਲਕੁਲ ਡਾਇਰੈਕਟ ਜਿਹੜਾ ਹੋਮ ਮਿਨਿਸਟਰ ਦੇ ਨਾਲ ਜਾਂ ਅੱਗੇ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਦੇ ਨਾਲ ਕੰਸਰਨ ਹੈ। ਔਰ ਇਹ ਗਵਰਨਮੈਂਟ ਦਾ ਡਿਪਾਰਟਮੈਂਟ ਹੈ, ਕੋਈ ਕਿਸੇ ਦਾ ਨਿੱਜੀ ਤੌਰ ਤੇ ਨਹੀਂ ਹੈ ਜਾਂ ਕਿਸੇ ਇੱਕ ਪੋਲੀਟੀਕਲ ਪਾਰਟੀ ਦਾ ਨਹੀਂ ਹੈ, ਇਹ ਗਵਰਨਮੈਂਟ ਆਫ ਇੰਡੀਆ ਦਾ ਹੈ। ਔਰ ਇਹ ਸਕੀਮਾਂ ਗਵਰਨਮੈਂਟ ਆਫ ਇੰਡੀਆ ਦੇ ਰਾਹੀਂ ਸਾਰਿਆਂ ਨੂੰ ਆਉਣੀਆਂ, ਸਰਕਾਰ ਕੋਈ ਵੀ ਹੋਵੇਗੀ। ਸੋ ਇਸ ਕਰਕੇ ਇਹ ਜਿਹੜਾ ਸਾਡਾ ਸੈਕੰਡਲੀ ਜਿਹੜਾ ਇਹ ਅਸਾਈਨਮੈਂਟ ਹੈ, ਜਿੱਥੇ ਐਜੂਕੇਸ਼ਨ ਹੋ ਗਿਆ, ਸੋਸ਼ਲੀ ਤੇ ਇਕਨੋਮਿਕਲੀ ਚੱਕਣਾ, ਅਪਲਿਫਟ ਕਰਨਾ। ਨੰਬਰ 3, ਅਗਰ ਮਾਈਨੋਰਟੀਜ਼ ਦੇ ਇਹਨਾਂ ਲੋਕਾਂ ਦੇ ਨਾਲ ਕਿਸੇ ਦੇ ਨਾਲ ਕੋਈ ਜਾਤੀ ਹੋ ਰਹੀ ਹੈ ਜਾਂ ਇਹਨਾਂ ਦਾ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ, ਉਹਨਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ, ਕੰਸਰਨ ਡਿਪਾਰਟਮੈਂਟ ਤੱਕ ਪਹੁੰਚਾਉਣਾ, ਇਹ ਸਾਡਾ ਸਭ ਤੋਂ ਮੁੱਖ ਕੰਮ ਹੋਏਗਾ। ਸੋ ਇਹ ਸਾਰੇ ਹੀ ਸੇਵਾ ਦੇ ਕੰਮ ਨੇ ਔਰ ਇਹਦੇ ਵਿੱਚ ਖਾਸ ਕਰਕੇ ਸਿੱਖ ਜੋ ਸਾਡੇ ਕੌਮ ਹੈ ਉਹਦੇ ਵਿੱਚ ਸਾਡੇ ਜਿਹੜੇ ਐਡਵਾਈਜ਼ਰ ਆਣਾ। ਔਰ ਵੱਡੀ ਗੱਲ ਹੈ ਕਿ DGPC ਦੇ 2 ਮੈਂਬਰ ਲੈਣਾ, ਕਸ਼ਮੀਰ ਤੋਂ ਵੀ DGPC ਦੇ ਪ੍ਰਧਾਨ ਲੈਣਾ ਤੇ ਜੰਮੂ ਤੋਂ ਵੀ ਲੈਣਾ, ਕਿਉਂਕਿ ਸਾਡਾ ਜਿਹੜਾ ਪੈਨਲ ਹੈ ਉਸ ਸੰਗਤ ਨਾਲ ਜੁੜਿਆ ਹੋਇਆ ਹੈ ਬਿਲਕੁਲ। ਔਰ ਅਸੀਂ ਉਸ ਲੈਵਲ ਦੇ ਉੱਤੇ ਵਾਹਿਗੁਰੂ ਦੇ ਅੱਗੇ ਇਹੋ ਅਰਦਾਸ ਕਰ ਰਹੇ ਹਾਂ ਕਿ ਜਿਹੜੀਆਂ ਅਸਾਈਨਮੈਂਟਾਂ ਆਈਆਂ ਨੇ ਅਸੀਂ ਇਹਨਾਂ ਤੇ ਕੰਮ ਕਰ ਸਕੀਏ। ਵੀਰ ਜੀ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ, ਦੇਖੋ ਤੁਸੀਂ LG ਸਾਹਿਬ ਨੂੰ ਮਿਲੇ ਜੀ, ਸਾਡੇ ਮਸਲੇ ਦਾ ਹੱਲ ਨਿਕਲੇਗਾ, ਇਦੋਂ ਚੰਗੀ ਗੱਲ ਕਿਹੜੀ ਹੈ। ਲੇਕਿਨ ਕਈ ਵਾਰੀ ਇਹ ਹੁੰਦਾ ਵਾ ਕਿ
ਸਿੱਖ ਕੌਮ ਨੂੰ ਕਈ ਵਾਰੀ ਨਿਰਾਸ਼ਾ ਹੱਥ ਲੱਗਦੀ ਆ ਕਿ ਸਾਨੂੰ ਨਹੀਂ ਵੀ ਸਿੱਖ ਕੌਮ ਨਹੀਂ ਜਾਣਦੀ ਕਿ ਕਿਹਦੇ ਨਾਲ ਕਿਹਦਾ ਜਿਹੜੀ ਸਹਿਮਤੀ ਨਹੀਂ ਪ੍ਰਗਟ ਹੋ ਰਹੀ ਹੈ ਨਾ, ਜਾਂ ਵਿਚਾਰ ਨਹੀਂ ਮਿਲਦੇ ਹੈਗੇ। ਜਿਵੇਂ ਲਾਲਪੁਰਾ ਸਾਹਿਬ ਉਦੋਂ ਆਏ, ਮੇਰਾ ਕਹਿਣ ਦਾ ਭਾਵ ਇਹ ਹੈ ਕਿ ਲਾਲਪੁਰਾ ਸਾਹਿਬ ਉਦੋਂ ਆਏ, ਵੱਖ-ਵੱਖ ਡੈਲੀਗੇਸ਼ਨਸ ਉਹਨਾਂ ਨੂੰ ਮਿਲੇ, ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਅਸੀਂ ਵੱਖਰੇ ਸੀਗੇ। ਉਹਨਾਂ ਨੇ ਵੀ ਦੇਖਿਆ ਕਿ ਨਹੀਂ, ਹਾਂ ਬਿਲਕੁਲ ਇਹ ਹੈਗਾ ਕਿ ਵਿਚਾਰ ਹੋਣੇ ਜ਼ਰੂਰੀ ਨੇ, ਲੇਕਿਨ ਵੱਖਰੇ ਕਿਉਂ ਮਿਲੇ? ਵਿਚਾਰ ਤਾਂ ਇੱਕ ਹੀ ਸੀ, ਸਾਡੇ ਮੰਗ ਵੀ ਸਾਡੇ ਸਾਰਿਆਂ ਦੀ ਇੱਕੋ ਹੀ ਸੀ, ਉਹ ਮੈਮੋਰੈਂਡਮ 'ਚ ਲਿਖਿਆ ਵੀ ਸਾਰਾ ਕੁਝ ਇੱਕ ਹੀ ਹੋਇਆ ਸੀ ਨਾ। ਤਾਂ ਲੇਕਿਨ ਦੇਖੋ ਹੁਣ ਐਲਜੀ ਸਾਹਿਬ ਨੂੰ ਤੁਸੀਂ ਮਿਲੇ ਹੋ, ਉਹਨਾਂ ਮੰਗਾਂ ਦਾ ਹੱਲ ਹੋਣਾ ਚਾਹੀਦਾ, ਨਾ ਕਿ ਸਾਡੀ ਆਪਸ ਦੇ ਵਿੱਚ ਦੀ ਲੜਾਈ ਦਾ ਜਿਹੜਾ ਖਾਮਿਆਜ਼ਾ ਹੈਗਾ ਜਾਂ ਆਪਸ ਦੇ ਵਿੱਚ ਜੋ ਵੀ ਵਿਚਾਰ ਨਹੀਂ ਮਿਲਦੇ ਉਹਦਾ ਖਾਮਿਆਜ਼ਾ ਸਾਨੂੰ ਆਮ ਸੰਗਤ ਨੂੰ ਨਾ ਭੁਗਤਣਾ ਪਵੇ, ਹੈ ਨਾ। ਜੇ ਉਹ ਮਸਲੇ ਦਾ ਹੱਲ ਤੁਹਾਡੇ ਥਰੂ ਹੁੰਦਾ, ਜੇ ਉਹ ਕ੍ਰੈਡਿਟ ਲੈਣ ਦੀ ਤਾਂ ਗੱਲ ਹੈ ਨਹੀਂ, ਜੇ ਉਹ ਮਸਲੇ ਦਾ ਹੱਲ ਤੁਹਾਡੇ ਥਰੂ ਹੁੰਦਾ, ਤੁਸੀਂ ਇਲੈਕਟਡ ਬੋਡੀ ਹੋ, ਤੁਹਾਡੇ ਥਰੂ ਹੁੰਦਾ ਤੇ ਸੰਗਤ ਨੂੰ ਫਾਇਦਾ, ਸਾਨੂੰ ਫਾਇਦਾ, ਇਹਦੇ ਵਿੱਚ ਤੇ ਕਿਸੇ ਨੂੰ ਕੋਈ ਹੋਣਾ ਹੀ ਨਹੀਂ ਚਾਹੀਦਾ। ਦੇਖੋ ਰਮਨ ਜੀ, ਗੱਲ ਇਹ ਹੈ ਕਿ ਇਹ ਹਿਊਮਨ ਨੇਚਰ ਹੈ, ਇਹ ਖਾਲੀ ਸਿੱਖ ਕੌਮ ਦੇ ਵਿੱਚ ਹੀ ਨਹੀਂ। ਜਦੋਂ ਅਸੀਂ ਦੂਜੀਆਂ ਵੀ ਕੌਮਾਂ ਵੇਖਾਂਗੇ ਨਾ, ਭਾਵੇਂ ਕੋਈ ਪੋਲੀਟੀਕਲ ਪਾਰਟੀਆਂ ਦੇਖਾਂਗੇ ਜਾਂ ਅਸੀਂ ਕੋਈ ਵੀ ਸੰਸਥਾਵਾਂ ਦੇਖਾਂਗੇ, ਉਹਨਾਂ ਵਿੱਚ ਵੀ ਇਹ ਹੋੜ ਲੱਗੀ ਹੁੰਦੀ ਹੈ। ਮਕਸਦ ਇਹ ਹੈ ਕਿ ਕੰਮ ਹੋਣਾ ਚਾਹੀਦਾ ਔਰ ਕੰਮ ਹੋ ਕੇ ਤੇ ਕੌਮ ਨੂੰ ਬੈਨੀਫਿਟ ਹੋਣਾ ਚਾਹੀਦਾ ਹੈ। ਮਕਸਦ ਇਹ ਹੈ ਸਾਰਿਆਂ ਦਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ ਐਲਜੀ ਸਾਹਿਬ ਨੂੰ ਮਿਲੇ, ਦੇਖੋ ਅੱਜ ਸਾਡੇ ਕੋਲ ਜਿਹੜੀ ਅਸਾਈਨਮੈਂਟ ਸੀ ਅਸੀਂ ਉਸ ਅਸਾਈਨਮੈਂਟ ਦੇ ਥਰੂ ਮਿਲੇ, ਔਰ ਉਹ ਸਾਡਾ ਜਿਹੜਾ ਮਿਲਣਾ ਸੀ ਇੱਕ ਆਫੀਸ਼ੀਅਲ ਮੀਟਿੰਗ ਹੈ, ਉਸ ਦੀ ਕੋਈ ਨਾ ਕੋਈ ਰਿਜ਼ਲਟ ਉਹਨਾਂ ਨੂੰ ਦੇਣਾ ਪਏਗਾ, ਮਤਲਬ। ਔਰ ਬੜਾ ਪੋਜ਼ਿਟਿਵ ਰਿਸਪੌਂਸ ਸੀਗਾ ਸਾਡੇ ਐਲਜੀ ਸਾਹਿਬ ਦਾ। ਮੈਂ ਕਹਾਂਗਾ ਉਹਨਾਂ ਦਾ ਅਸੀਂ ਥੈਂਕਸ ਕਰਾਂਗੇ ਕਿ ਬੜੇ ਬਿਜੀ ਸ਼ਡਿਊਲ ਦੇ ਵਿੱਚ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਟਾਈਮ ਦੇ ਕੇ ਉਹਨਾਂ ਨੇ ਸਾਡੇ ਨਾਲ ਆਫੀਸ਼ੀਅਲ ਮੀਟਿੰਗ ਕੀਤੀ ਔਰ ਸਾਡੀਆਂ ਜਿਹੜੀਆਂ ਗੱਲਾਂ ਸਨ, ਜੋ ਅਸੀਂ 2-3-4 ਡਿਮਾਂਡਸ ਰੱਖੀਆਂ ਸੀ ਜੋ ਕਮਿਸ਼ਨ ਦੇ ਵੱਲੋਂ, ਉਹ ਉਹਨਾਂ ਨੇ ਬਿਲਕੁਲ ਸਾਡੀਆਂ ਸੁਣੀਆਂ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਵਿਦਿਨ 1 ਮੰਥ ਇਹਨਾਂ ਦੇ ਉੱਤੇ ਕੰਮ ਕਰਦੇ ਹਾਂ। ਇੱਕ ਮੈਂ ਤੁਹਾਡੀ ਗੱਲ ਟੋਕੂੰਗੀ। ਹੁਣ ਜਿੱਦਾਂ ਤੁਸੀਂ ਐਲਜੀ ਸਾਹਿਬ ਦੀ ਗੱਲ ਕੀਤੀ, ਠੀਕ ਹੈ, ਐਲਜੀ ਸਾਹਿਬ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਮਿਲੇ, ਠੀਕ ਹੈ, ਸਾਡੀ ਸਰਕਾਰ ਨੇ ਗੱਲ ਬੜੀ ਚੰਗੇ ਤਰੀਕੇ ਨਾਲ ਸੁਣੀ, ਬਿਲਕੁਲ। ਹੁਣ ਤੁਸੀਂ ਤਿਆਰ ਹੋ ਫਿਰ ਤੁਹਾਨੂੰ ਸਰਕਾਰ ਨਾਲ ਜੋੜ ਦੇਣਾ ਕਿ ਇਹਨਾਂ ਨੇ ਸਰਕਾਰ ਦੀ ਤਾਰੀਫ ਕਰਤੀ? ਨਹੀਂ, ਗੱਲ ਦੇਖੋ ਕੌਮ ਜਦੋਂ ਕੁਝ ਲੈਣਾ ਹੈ ਨਾ ਰਮਨ ਜੀ, ਦੇਖੋ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੁੰਦੀ ਨਾ, ਜਦੋਂ ਪ੍ਰਾਈਮ ਮਿਨਿਸਟਰ ਬਣ ਜਾਂਦਾ ਤੇ ਸਾਂਝਾ ਹੁੰਦਾ, ਹਾਂ, ਜਦੋਂ ਹੋਮ ਮਿਨਿਸਟਰ ਬਣ ਗਿਆ ਸਾਂਝਾ। ਜਦੋਂ ਉਹ ਪਹਿਲਾਂ ਸੀਗਾ ਕਿਸੇ ਵੀ ਪਾਰਟੀ ਨਾਲ ਤਲਕ ਰੱਖਦਾ ਹੋਏ, ਅਸੀਂ ਨਹੀਂ ਕਹਿ ਰਹੇ, ਪਰ ਅੱਜ ਜੇਕਰ ਐਲਜੀ ਸਾਹਿਬ ਨੇ ਤੇ ਐਲਜੀ ਸਾਹਿਬ ਸਾਂਝੇ ਨੇ ਸਾਰਿਆਂ ਦੇ, ਉਹ ਭਾਵੇਂ ਕਿਸੇ ਵੀ ਧੜੇ ਤੋਂ ਆਏ ਹੋਣ, ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ ਜਾਂ ਕਿਤੇ ਵੀ ਉਹਨਾਂ ਦਾ, ਪਰ ਅੱਜ ਉਹ ਗਵਰਨਮੈਂਟ ਆਫ JNK JKUT ਜਿਹੜੀ ਹੈ ਉਹ ਚਲਾ ਰਹੇ ਨੇ। ਔਰ ਅਸੀਂ ਜੋ ਵੀ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮਿਲਣਾ ਪੈਣਾ, ਸਾਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਮਿਲਣਾ ਪੈਣਾ, ਕਿਉਂਕਿ ਜੇ ਅਸੀਂ ਕੰਮ ਕੌਮ ਦੇ ਕਰਾਣੇ ਨੇ ਤੇ ਕੌਮ ਦੇ ਕੰਮ ਕਰਾਉਣ ਦੇ ਲਈ ਸਾਨੂੰ ਸਾਰਿਆਂ ਕੋਲ ਜਾਣਾ ਪੈਣਾ। ਹੁਣ ਜੇਕਰ ਸਾਡੀ ਇੱਥੇ ਸੰਕੀਰਨ ਸੋਚ ਬਣ ਜਾਏ, ਛੋਟੀ ਸੋਚ ਬਣ ਜਾਏ, ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵੱਡਾ ਨੁਕਸਾਨ ਆਪਣੀ ਕੌਮ ਦਾ ਕਰ ਲੈਂਦੇ ਹਾਂ। ਮੈਂ ਪਹਿਲਾਂ ਹੀ ਤੁਹਾਨੂੰ ਗੱਲ ਕੀਤੀ ਹੈ ਕਿ ਗਵਰਨਮੈਂਟ ਆਫ ਇੰਡੀਆ ਦੀਆਂ ਬਹੁਤ ਸਾਰੀਆਂ ਸਕੀਮਾਂ ਮਾਈਨੋਰਟੀਜ਼ ਦੇ ਲਈ ਹਨ। 5000 ਕਰੋੜ ਦਾ ਬਜਟ ਜਿਹੜਾ ਹੈ ਉਹ ਸਪੈਸ਼ਲ ਇਸ ਵਾਸਤੇ ਹੁੰਦਾ। 5000 ਕਰੋੜ ਰੁਪਇਆ ਮਾਈਨੋਰਟੀਜ਼ ਦੇ ਲਈ ਬਹੁਤ ਵੱਡਾ ਬਜਟ ਹੈ। ਬਿਲਕੁਲ, ਇਹ ਬਜਟ ਹੁੰਦਾ ਹੈ, ਬਟ ਇਹ ਬਜਟ ਪੂਰਾ ਸਾਡੇ ਤੱਕ ਰਿਲੀਜ਼ ਹੀ ਨਹੀਂ ਹੁੰਦਾ, ਇਹਦੀ ਸਾਨੂੰ ਅਵੇਅਰਨੈਸ ਹੀ ਨਹੀਂ, ਅਸੀਂ ਇੱਥੋਂ ਕੁਝ ਬੈਨੀਫਿਟ ਹੀ ਨਹੀਂ ਲੈ ਸਕਦੇ। ਸੰਕੀਰਨ ਸੋਚ ਨਾ ਰੱਖੀਏ, ਜਿਸ ਕੋਲ ਜਿਹੜਾ ਸੋਰਸ ਬਣਦਾ, ਮੈਂ ਕਹਿੰਦਾ ਕੰਮ 20 ਸੰਸਥਾਵਾਂ ਕਰਨ, 3 ਕਰਨ, ਵੈਲਕਮ ਆਲ ਆਰ। ਮੈਂ ਹਮੇਸ਼ਾ ਪਹਿਲਾਂ ਵੀ ਕਿਹਾ, ਮੈਂ ਕਈ ਸਟੇਜਾਂ ਤੋਂ ਕਿਹਾ ਇਹ ਗੱਲ ਕਿ ਸੰਸਥਾਵਾਂ ਕੰਮ ਕਰਨ, ਡੈਪੂਟੇਸ਼ਨ ਬਣਨ, ਕੰਮ ਕਰਨ, ਪਰ ਮਕਸਦ ਇੱਕ ਰੱਖਣ ਔਰ ਉਸ ਮਕਸਦ ਨੂੰ ਪ੍ਰਫੁੱਲਤ ਕਰਨ ਦੇ ਲਈ, ਉਸ ਮਕਸਦ ਨੂੰ ਪੂਰਾ ਕਰਨ ਦੇ ਲਈ, ਤਾਂ ਕਿ ਕੌਮੀ ਹਿੱਤ ਆ ਜਾਣ, ਕੌਮ ਨੂੰ ਬੈਨੀਫਿਟ ਹੋ ਜਾਏ। ਤੇ ਕੋਈ ਫਰਕ ਨਹੀਂ ਪੈਂਦਾ ਉਸ ਦੇ ਨਾਲ ਕਿ ਇਹ ਕ੍ਰੈਡਿਟ ਤੇ ਕੌਮ ਨੂੰ ਹੀ ਮਿਲਣਾ ਨਾ। ਜੇ ਕੋਈ ਕੰਮ ਕੌਮ, ਅੱਜ ਅਗਰ ਮਿਨੋਰਟੀ ਕਮਿਸ਼ਨ ਸਾਡੀ ਸਟੇਟ ਵਿੱਚ ਲਾਗੂ ਹੋ ਜਾਂਦਾ ਹੈ, ਇਹ ਕਮਿਸ਼ਨ ਅਗਰ ਸਾਡੀ ਸਟੇਟ ਵਿੱਚ ਬਣ ਜਾਂਦੀ ਰੂਲਿੰਗਸ ਦੀਆਂ, ਤੇ ਇਹ ਬੈਨੀਫਿਟ ਕੌਮ ਨੂੰ ਹੈ। ਉਹਦੇ 'ਚ ਇਹ ਲਿਖਿਆ ਜਾਣਾ, ਜਦੋਂ ਲਿਖਣਾ ਜਾਣਾ, ਇਹ ਨਹੀਂ ਲਿਖਿਆ ਜਾਣਾ ਕਿ DGPC ਕਰਾ ਕੇ ਆਈ ਸੀ, ਇਹ ਫਲਾਣੇ ਨੇ ਕਰਵਾਉਂਦਾ ਸੀ, ਢੰਗਾਣੇ ਨੇ ਕਰਾਇਆ ਸੀ। ਉਹਨੇ ਕਹਿਣਾ ਸੀ ਇਹ ਸਿੱਖ ਕੌਮ ਨੂੰ ਮਿਲ ਗਿਆ, ਇਹਦੀ ਸ਼ਮੂਲੀਅਤ ਹੋ ਗਈ ਹੈ, ਬੈਨੀਫਿਟ ਕੌਮ ਦਾ ਆਏਗਾ। ਅਸੀਂ ਵੱਡਾ ਮਨ ਕਰਕੇ ਕੌਮੀ ਹਿੱਤਾਂ ਦੇ ਬਾਰੇ ਸੋਚਣਾ ਚਾਹੀਦਾ। ਔਰ ਜੋ ਵੀ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲਾਲਪੁਰਾ ਸਾਹਿਬ ਆਏ, ਉਹਨਾਂ ਨੂੰ ਵੱਖ-ਵੱਖ ਧੜੇ ਮਿਲੇ, ਖੈਰ ਇਹ ਚੀਜ਼ਾਂ ਜਿਹੜੀਆਂ ਚਲਦੀਆਂ ਨੇ, ਅਸੀਂ ਨਹੀਂ ਕਹਿ, ਸਾਰਿਆਂ ਨੇ ਕੋਸ਼ਿਸ਼ ਕੀਤੀ, ਡਿਮਾਂਡਸ ਵੀ ਸੇਮ ਸਨ। ਔਰ ਇਸ ਗੱਲ ਦੇ ਲਾਲਪੁਰਾ ਸਾਹਿਬ ਨਾਲ ਸਾਡੀ ਮੀਟਿੰਗ ਵੀ ਹੋਈ, 2-3 ਮੀਟਿੰਗਾਂ ਹੋਈਆਂ ਨੇ। ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਯਾਰ ਤੁਸੀਂ 12-14 ਡੈਪੂਟੇਸ਼ਨ ਲੈ ਕੇ ਆਏ, ਡਿਮਾਂਡ ਸਾਰਿਆਂ ਦੀਆਂ ਸੇਮ। ਤੇ ਖੈਰ ਉਹਨਾਂ ਨੇ ਜਿਹੜਾ ਇਹ ਕਮਿਸ਼ਨ ਦੇ ਵਿੱਚੋਂ, ਦੇਖੋ ਸਾਡੀ ਸਭ ਤੋਂ ਜ਼ਿਆਦਾ ਪ੍ਰੈਜੈਂਟੇਸ਼ਨ ਦਿੱਤੀ 7 ਬੰਦੇ ਲੈਣੇ ਸਿੱਖ ਕੌਮ ਦੇ, ਇੱਕ ਸ਼ਾਇਦ ਜੈਨੀਆਂ ਤੋਂ ਆ ਰਿਹਾ ਤੇ ਇੱਕ ਸ਼ਾਇਦ ਮੁਸਲਮਾਨ ਕਮਿਊਨਿਟੀ ਤੋਂ ਆ ਰਿਹਾ।
ਮੁਹੰਮਦਨ। ਤੋਂ ਕਹਿਣ ਦਾ ਮਕਸਦ ਇਹ ਕਿ ਫਿਲਹਾਲ ਤੋਂ ਜੋ ਸਾਡੀ ਨੌਲੇਜ ਵਿੱਚ ਹੈ 7 ਤੇ ਅਸੀਂ ਜਿਹੜੇ ਬਿਲਕੁਲ ਕੰਮ ਕਰ ਰਹੇ ਹਾਂ। ਤੇ ਇਹ ਵੀ ਸਾਨੂੰ ਇੱਕ ਬਹੁਤ ਵੱਡਾ, ਜੇ ਉੱਥੇ ਆ ਕੇ ਇੰਨੇ ਡੈਪੂਟੇਸ਼ਨ ਦੇ ਕੇ ਗਏ ਦਿੱਤੇ ਸਾਡੇ ਲੋਕਾਂ ਨੇ, ਤੇ ਅੱਜ ਉਹਨਾਂ ਨੇ ਸਾਨੂੰ ਇਹ ਬੈਨੀਫਿਟ ਵੀ ਦਿੱਤਾ ਕਿ ਇਹ ਸਾਡੇ ਕਮਿਸ਼ਨ, ਇਸ ਕਮਿਸ਼ਨ ਦੇ ਵਿੱਚ 7 ਬੰਦੇ ਉਹਨਾਂ ਨੇ ਐਡ ਕੀਤੇ ਨੇ, ਭਾਵੇਂ 3 ਕਸ਼ਮੀਰ ਤੋਂ ਨੇ, 4 ਜੰਮੂ ਤੋਂ ਨੇ। ਤੇ ਬੈਨੀਫਿਟ ਹੋਏਗਾ, ਕੌਮ ਨੂੰ ਬੈਨੀਫਿਟ ਹੋਏਗਾ ਇਹਦਾ, ਔਰ ਸਾਡੀ ਮਾਈਨੋਰਟੀਜ਼ ਨੂੰ ਬੈਨੀਫਿਟ ਹੋਏਗਾ। ਔਰ ਫਿਰ ਬਾਰ-ਬਾਰ ਉਹੀ ਗੱਲ ਕਰਨਾ ਕਿ ਸੇਵਾ ਦਾ ਇਹ ਸਾਡਾ ਜਿਹੜਾ ਖੇਤਰ ਹੈ ਹੋਰ ਵਧੇ ਫੁੱਲੇਗਾ। ਬਿਲਕੁਲ, ਬਹੁਤ ਵਧੀਆ ਔਰ ਬੜੀ ਜਿਹੜੀ ਜ਼ਰੂਰੀ ਜਾਣਕਾਰੀ, ਬਹੁਤ ਹੀ ਲਾਹੇਵੰਦ ਗੱਲਾਂ ਨੇ, ਜਿਹੜੇ ਵਿਚਾਰ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਟੌਹੜਾ ਹੋਣਾ ਨੇ ਸੰਗਤ ਦੇ ਸਾਹਮਣੇ ਰੱਖੇ ਨੇ। ਔਰ ਜ਼ਰੂਰ ਕਿਉਂ ਨਾ ਅਸੀਂ ਸਾਡੇ ਜਿਹੜੇ ਸੇਵਾ ਭਾਵ ਲੈ ਕੇ ਚੱਲ ਰਹੇ ਨੇ, ਜਿਹੜੇ ਸਾਡੀ ਕੌਮ ਦੇ ਵਿੱਚ ਕੁਝ ਫੇਸਿਸ ਹੈਗੇ ਨੇ, ਉਹਨਾਂ ਦਾ ਸਾਥ ਦਈਏ। ਜਿੱਦਾਂ ਵੀਰ ਜੀ ਉਹਨਾਂ ਨੇ ਕਿਹਾ ਵਾ ਕਿ ਕੰਮ ਕੋਈ ਵੀ ਕਰਾਵੇ, ਮਸਲਾ ਕੋਈ ਵੀ ਹੱਲ ਕਰਾਵੇ, ਬਸ ਸਾਡੀ ਕੌਮ ਦੇ ਮਸਲੇ ਨੇ ਜਿਹੜੇ ਉਹ ਹੱਲ ਹੋਣੇ ਚਾਹੀਦੇ ਨੇ ਕਿ ਅਸੀਂ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਸੱਚਾ ਔਰ ਸੁੱਚਾ ਸਾਬਿਤ ਕਰ ਸਕੇ, ਕਿਉਂਕਿ ਇਨਸਾਨ ਦੇ ਸਾਹਮਣੇ ਤੁਸੀਂ ਕਦੀ ਵੀ ਪੂਰੇ ਨਹੀਂ ਹੋ ਸਕਦੇ। ਔਰ ਕਨਸਟੀਟਿਊਸ਼ਨਲ ਬਾਡੀਜ਼ ਜਿਹੜੀਆਂ ਹੁੰਦੀਆਂ ਨਾ, ਉਹਨਾਂ ਦਾ ਰਿਸਪੈਕਟ ਜਿਹੜੀ ਹੈ ਬੜੀ ਜ਼ਰੂਰੀ ਹੈ, ਕਿਉਂਕਿ ਗਵਰਨਮੈਂਟ ਵੀ ਇਹ ਸਮਝਦੀ ਹੈ, ਇਹ ਗਵਰਨਮੈਂਟ ਵੀ ਸਮਝਦੀ ਹੈ ਕਿ ਪਹਿਲਾਂ ਤੇ ਇਹਨਾਂ ਦੀ ਨੁਮਾਇੰਦਗੀ ਇਹਨਾਂ ਨੇ ਚੁਣੀ ਆਪ, ਇਸੇ ਹੀ ਨੁਮਾਇੰਦਗੀ ਇਹਨਾਂ ਦੀ ਨੁਮਾਇੰਦਗੀ ਹੈ। ਹੁਣ ਇਹਨਾਂ ਦੀ ਨੁਮਾਇੰਦਗੀ ਦੇ ਇਹ ਜਿਸਲੇ ਅਸੀਂ ਉਸ ਨੁਮਾਇੰਦਗੀ ਨੂੰ ਚੈਲੰਜ ਕਰਨੇ ਆ ਜਾਂ ਉਸ ਕਨਸਟੀਟਿਊਸ਼ਨਲ ਬਾਡੀ ਦੇ ਅਗੇਂਸਟ ਉਹ ਕੰਮ ਕਰਨੇ ਆ, ਸੋ ਉਹ ਸਾਡੇ ਵਾਸਤੇ ਕੌਮੀ ਤੌਰ ਤੇ ਬੜਾ ਘਾਤਕ ਹੈ। ਉਹ ਸਾਡਾ ਬਹੁਤ ਵੱਡਾ ਨੁਕਸਾਨ ਸਾਨੂੰ ਕਰਵਾਉਂਦਾ ਹੈਗਾ। ਉਸ ਨੁਕਸਾਨ ਤੋਂ ਅਸੀਂ ਬਚੀਏ ਔਰ ਹਮੇਸ਼ਾ ਧਿਆਨ ਰੱਖੀਏ ਕਿ ਤੁਸੀਂ ਦੇਖੋ, ਸੰਪਰਦਾਵਾਂ ਹੁੰਦੀਆਂ ਨੇ, ਜਥੇਬੰਦੀਆਂ ਹੁੰਦੀਆਂ ਨੇ, ਮਿਸਲਾਂ ਸਨ। ਤੁਸੀਂ ਆਪਣੇ ਇਤਿਹਾਸ ਪੜ੍ਹੀਏ, ਅਸੀਂ ਕਦੇ ਪਿੱਛੇ ਕਿੱਥੇ 11-12 ਮਿਸਲਾਂ ਤੋਂ ਲੈ ਕੇ ਅੱਗੇ ਜੱਥੇ ਬਣ ਜਾਣੇ, 50 ਜੱਥੇ ਬਣ ਜਾਣੇ, ਫਿਰ ਸਿੱਖ ਰਾਜ ਕਾਇਮ ਹੋ ਜਾਣਾ। ਤੁਸੀਂ ਇਹ ਸਾਰਾ ਕੁਝ ਦੇਖੋ, ਜਦੋਂ ਆਪਣਾ ਇਤਿਹਾਸ ਪੜ੍ਹੀਏ। ਤੇ ਉਹਨਾਂ ਨੇ ਜਦੋਂ ਵੀ ਗੱਲ ਕੀਤੀ, ਕੌਮੀ ਹਿੱਤ ਦੀ ਗੱਲ ਕੀਤੀ ਹੈ ਕਿ ਮਕਸਦ ਸਾਡਾ ਇਹ ਹੋਣਾ ਚਾਹੀਦਾ ਕਿ ਸਾਡੀ ਕੌਮ ਨੂੰ ਬੈਨੀਫਿਟ ਮਿਲੇ, ਜਿਹੜੇ ਸਰਕਾਰ ਲਾਭ ਦੇਣਾ ਚਾਹੁੰਦੀ ਹੈ ਉਹ ਸਾਨੂੰ ਉਹ ਲਾਭ ਪ੍ਰਾਪਤ ਹੋਣ, ਔਰ ਸਾਡੇ ਬੱਚੇ ਐਜੂਕੇਸ਼ਨ, ਸੋਸ਼ਲੀ, ਇਕਨੋਮਿਕਲੀ ਤੇ ਸਾਡੇ ਸਾਰੇ ਕੰਮ ਸਹੀ ਹੋਣ। ਉਹਦੇ ਉੱਤੇ ਜਿਹੜਾ ਸਾਡਾ ਮੇਨ ਤੌਰ ਦੇ ਉੱਤੇ ਕਿ ਜਿਹੜਾ ਅਸੀਂ ਡਿਸਕ੍ਰਿਮੀਨੇਸ਼ਨਸ ਦੀ ਗੱਲ ਆਉਂਦੀ ਰਹੀ ਪਿਛਲੇ ਦਿਨਾਂ, ਅੱਜ ਸਾਡੇ ਕੋਲ ਇੱਕ ਹੋਰ ਪਲੱਸ ਪੁਆਇੰਟ ਹੋ ਗਿਆ ਜੋ ਇਹ ਅਸਾਈਨਮੈਂਟ ਮਿਲਣ ਦੇ ਨਾਲ, ਕਿ ਅਸੀਂ ਇਹਦੇ ਨਾਲ ਹੋਰ ਗੱਲ ਵਧਾ ਕੇ ਕਰ ਸਕਦੇ ਹਾਂ, ਆਪਣੀ ਗੱਲ ਹੋਰ ਜ਼ਿਆਦਾ ਸਰਕਾਰ ਤੱਕ ਪਹੁੰਚਾ ਸਕਦੇ ਹਾਂ। ਸੋ ਅਲਟੀਮੇਟਲੀ ਸਾਨੂੰ ਲਾਅ ਦੇ ਵਿੱਚ ਰਹਿ ਕੇ ਹੀ ਚੱਲਣਾ ਪੈਂਦਾ ਹੈ, ਜੋ ਕਾਨੂੰਨ ਹੁੰਦੇ ਨੇ ਉਸ ਹਿਸਾਬ ਨਾਲ ਹੀ ਚੱਲਣਾ ਪੈਂਦਾ, ਔਰ ਹਰ ਚੀਜ਼ ਨੂੰ ਪ੍ਰੋਪਰਲੀ ਟੈਕਲ ਕਰਨਾ ਪੈਂਦਾ। ਸੋ ਅਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਰੰਜਿਸ਼ਾਂ ਕੱਢ ਕੇ, ਨਿੱਜੀ ਜਿਹੜੇ ਸਾਡੇ ਆਪਸ ਦੇ ਬਖਰੇਵੇਂ ਨੇ ਉਹਨਾਂ ਨੂੰ ਛੱਡ ਕੇ ਕੌਮੀ ਹਿੱਤਾਂ ਵੱਲ ਆਈਏ, ਰਲ ਕੇ ਹਮਲਾ ਮਾਰੀਏ ਸਾਰੇ, ਤਾਂ ਕਿ ਕੌਮ ਦਾ ਇੱਕ ਵਧੀਆ ਨਕਸ਼ਾ ਅਸੀਂ ਪੇਸ਼ ਕਰ ਸਕੀਏ। ਬਿਲਕੁਲ, ਬਹੁਤ ਵਧੀਆ ਵੀਰ ਜੀ ਉਹਨਾਂ ਨੇ ਅਖੀਰ ਦੇ ਵਿੱਚ ਜਿਹੜਾ ਸੁਨੇਹਾ ਦਿੱਤਾ ਕਿ ਹਰ ਇੱਕ ਚੀਜ਼ ਦੇ ਵਿੱਚੋਂ ਨੈਗੇਟਿਵਿਟੀ ਕੱਢਣ ਦੀ ਬਜਾਏ ਉਹਦੇ ਪੋਜ਼ਿਟਿਵ ਵੇ ਦੇਖੋ, ਉਹਦਾ ਪੋਜ਼ਿਟਿਵ ਪੁਆਇੰਟ ਦੇਖੋ ਕਿ ਸਾਨੂੰ ਉਹਦੇ ਨਾਲ ਫਾਇਦਾ ਕੀ ਆ। ਔਰ ਜੇਕਰ ਅਸੀਂ ਆਪਣੇ ਦਿਮਾਗ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਚੱਲਾਂਗੇ ਤਾਂ ਲਾਅ ਆਫ ਨੇਚਰ ਆ, ਅਗਰ ਤੁਸੀਂ ਪੋਜ਼ਿਟਿਵਿਟੀ ਦਿਓਗੇ ਤਾਂ ਤੁਹਾਨੂੰ ਆਊਟਪੁੱਟ ਵੀ ਚੰਗੀ ਹੀ ਮਿਲੇਗੀ। ਇਹ ਕੁਦਰਤ ਦਾ ਨਿਯਮ ਹੈਗਾ ਔਰ ਅਸੀਂ ਇਸੇ ਨਿਯਮ ਦੇ ਅਨੁਸਾਰ ਚੱਲਦੇ ਹਾਂ। ਸਾਡੀ ਗੁਰਬਾਣੀ, ਸਾਡਾ ਜਿਹੜਾ ਸਿਧਾਂਤ ਉਹ ਵੀ ਸਾਨੂੰ ਇਹੀ ਜਿਹੜਾ ਸਿਖਾਉਂਦਾ ਹੈਗਾ। ਬਹੁਤ ਵਧੀਆ ਲੱਗਿਆ। ਸਮਾਂ ਬਹੁਤ ਘੱਟ ਆ ਟੌਹੜਾ ਸਾਹਿਬ ਹੋਣਾ ਕੋਲੇ, ਪਰ ਫਿਰ ਵੀ ਚਲੋ ਚੱਲਦੇ ਚੱਲਦੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਹੋਈਆਂ ਨੇ, ਸ਼ਾਇਦ ਮੈਂ ਬਹਿ ਕੇ ਇੰਟਰਵਿਊ ਕਰਦੀ ਤਾਂ ਇੰਨੀਆਂ ਗੱਲਾਂ ਅਸੀਂ ਨਾ ਕਰ ਪਾਉਂਦੇ। ਬਹੁਤ ਬਹੁਤ ਧੰਨਵਾਦ ਵੀਰ ਜੀ ਗੱਲਬਾਤ ਕਰਨ ਦੇ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਲੱਗਦਾ ਇਹ ਇੱਕ ਨੇਚਰ ਹੋਣਾ ਵੀ ਬੜੀ ਹੈਰਾਨੀ ਜੀ ਵਾਲੀ ਗੱਲ ਹੈ। ਤਾਂ ਫਿਰ ਜੇ ਅਗਰ ਕੋਈ ਕਿਤੇ ਨਾ ਕਿਤੇ ਉਤਾਰ ਚੜਾਵ ਆਂਦਾ ਵੀ ਹੈ ਤੇ ਅਸੀਂ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਅਰਦਾਸ ਮੈਨੂੰ ਕਰਨੀ ਹੈ ਕਿ ਮਾਲਕ ਉਹਨਾਂ ਤੇ ਕਿਰਪਾ ਕਰੇ, ਤਾਂ ਕਿ ਉਹਨਾਂ ਨੂੰ ਵੀ ਇਹ ਸੋਝ ਆਏ ਕਿ ਭਾਈ ਨਹੀਂ, ਅਸੀਂ ਐਵੇਂ ਨਹੀਂ ਕਿਸੇ ਚੀਜ਼ ਨੂੰ ਕਿਸੇ ਪਾਸੇ ਲੈ ਕੇ ਜਾਣਾ। ਉਹਨਾਂ ਚੈਲੰਜਸ ਤੋਂ ਸਿੱਖਦੇ ਹੋ ਰੋਜ਼ ਕਿਵੇਂ ਦਾ ਲੱਗਦਾ? ਬਿਲਕੁਲ ਜੀ, ਮੈਂ ਇਹੀ ਕਹਿਣ ਲੱਗਾ ਸੀ ਕਿ ਇਹਨਾਂ ਚੈਲੰਜਸ ਤੋਂ ਅਸੀਂ ਰੋਜ਼ ਸਿੱਖਦੇ ਹਾਂ, ਕਿਉਂਕਿ ਗੁਰੂ ਨੇ ਸਿੱਖ ਬਣਾਇਆ ਹੀ ਸਿੱਖਣ ਦੇ ਲਈ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ, ਕਿ ਸਿੱਖ ਨੇ ਰੋਜ਼ ਸਿੱਖਣਾ ਹੈ ਔਰ ਹਰ ਦਿਨ ਸਾਡੇ ਜੀਵਨ ਦੇ ਵਿੱਚ ਲੈਸਨ ਲੈਣ ਦਾ ਹੈ। ਬਿਲਕੁਲ, ਕਿਉਂਕਿ ਇੱਥੇ ਤੁਹਾਡੀ ਗੱਲ ਤੋਂ ਜ਼ਰੂਰ ਇਹ ਗੱਲ ਆਉਂਦੀ ਹੈ ਕਿ ਚਰਚਾ ਦਾ ਵਿਸ਼ਾ ਬਣੇ ਰਹਿਣਾ ਜ਼ਰੂਰੀ ਹੈ। ਇਹ ਤਾਂ ਹਿਊਮਨ ਕਹਿੰਦੇ ਨੇ ਨਾ, ਗੱਲ ਵੀ ਉਹਦੀ ਹੁੰਦੀ ਜਿਹਦੇ ਚ ਕੋਈ ਗੱਲ ਹੁੰਦੀ ਹੈ। ਦੇਖੋ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਕਿਸੇ ਬੜੇ ਖੂਬਸੂਰਤ ਵਿਦਵਾਨ ਨੇ ਇੱਕ ਗੱਲ ਲਿਖੀ ਸੀ। ਉਹ ਕਹਿੰਦੇ ਸੀ ਜਦੋਂ ਤੁਸੀਂ ਕੁਝ ਕਰੋਗੇ ਨਾ ਤੇ ਸਮਝੋ ਕਿ ਉਹਦਾ ਰਿਐਕਸ਼ਨ ਵੀ ਹੋਏਗਾ, ਐਕਸ਼ਨ ਦਾ ਰਿਐਕਸ਼ਨ ਹੁੰਦਾ ਹੀ ਹੈ। ਤੁਹਾਡਾ ਰੋਜ਼
ਸਾਡੇ ਲੋਕਾਂ ਦੇ ਨਾਲ ਤੁਹਾਡਾ ਮਿਲਾਪ ਰਹਿੰਦਾ ਹੈਗਾ। ਤੁਸੀਂ ਰੋਜ਼ਾਨਾ ਹੀ ਕੁਝ ਨਵਾਂ ਦੇਖਦੇ ਹੋ ਕਿ ਸਾਡੀ ਸਿੱਖ ਕੌਮ ਅਕਸਰ ਖੜੀ ਕਿੱਥੇ ਹੈ, ਚਾਹੁੰਦੀ ਕੀ ਹੈ, ਕਿਸ ਤਰ੍ਹਾਂ ਦੇ ਨਾਲ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਅੱਗੇ ਜਾ ਕੇ ਸਰਵਾਈਵ ਕਰਾਂਗੇ ਕਿ ਅਸੀਂ ਸਾਡੇ ਲਈ ਈਜ਼ੀ ਹੋ ਜਾਵੇ, ਹਨਾ। ਤੁਹਾਡੇ ਕੋਲ ਇਸ ਸਮੇਂ ਸਮਾਂ ਮਿਲਿਆ, ਤੁਹਾਨੂੰ ਤੁਸੀਂ ਉਸ ਆਪਣੀ ਜ਼ਿੰਮੇਵਾਰੀ ਦੇ ਉੱਪਰ, ਜਿਵੇਂ ਆਪਾਂ ਉਦੋਂ ਵੀ ਗੱਲ ਕੀਤੀ ਸੀ, ਕਿ ਹੌਲੀ ਹੌਲੀ ਤੁਸੀਂ ਸਟੈਪ ਬਾय ਸਟੈਪ ਇਹਦੇ ਵਿੱਚ ਗੁੜਦੇ ਜਾਓਗੇ, ਹਨਾ। ਹੁਣ ਉਹਨਾਂ 2-3 ਮਹੀਨਿਆਂ ਦੇ ਬਾਅਦ ਹੁਣ ਕਿਵੇਂ ਦੇਖਦੇ ਹੋ ਕਿ ਹਾਂ, ਮੈਨੂੰ ਆਪਣੇ ਆਪ ਦੇ ਉੱਤੇ ਪੂਰਨ ਵਿਸ਼ਵਾਸ ਹੈ ਕਿ ਜਿੰਨੀ ਦੇਰ ਤੱਕ ਇਹ ਜ਼ਿੰਮੇਵਾਰੀ ਮੇਰੇ ਕੋਲ ਹੈ ਮੈਂ ਕੁਝ ਕਰਾਂ। ਔਰ ਉਸ ਦੇ ਨਾਲ ਸਾਨੂੰ ਸਭ ਤੋਂ ਵੱਡਾ ਮੈਨੂੰ ਇਸ ਅਸਾਈਨਮੈਂਟ ਤੇ ਪਹੁੰਚ ਕੇ ਲਾਭ ਇਹ ਆਉਂਦਾ, ਮੈਂ ਕਹਾਂਗਾ ਕਿ ਮੈਨੂੰ ਰੋਜ਼ ਪਬਲਿਕ ਦੇ ਵਿੱਚ, ਸੰਗਤ ਦੇ ਵਿੱਚ 200-400 ਬੰਦੇ ਦੇ ਵਿੱਚ ਰੂਬਰੂ ਹੋਣ ਦਾ ਟਾਈਮ ਮਿਲਦਾ, ਤਕਰੀਬਨ ਹਫ਼ਤੇ 'ਚ 4-5 ਦਿਨ, ਠੀਕ ਹੈ। ਵੱਖ-ਵੱਖ ਨਗਰਾਂ ਵਿੱਚ, ਵੱਖ-ਵੱਖ ਪਿੰਡਾਂ ਵਿੱਚ, ਵੱਖ-ਵੱਖ ਸ਼ਹਿਰਾਂ ਵਿੱਚ, ਸਾਰੇ ਪਾਸੇ ਜਾ ਕੇ ਤੇ ਆਪਣੀ ਗੱਲ ਕਰਨ ਦਾ ਵੀ ਮੌਕਾ ਮਿਲਦਾ ਹੈ, ਉਹਨਾਂ ਦੀ ਗੱਲ ਸੁਣਨ ਦਾ ਵੀ ਮੌਕਾ ਮਿਲਦਾ ਹੈ, ਹਾਲਾਤਾਂ ਦਾ ਪਤਾ ਲੱਗਦਾ ਹੈ। ਜਿਵੇਂ ਲਾਲਪੁਰਾ ਸਾਹਿਬ ਉਦੋਂ ਆਏ, ਮੇਰਾ ਕਹਿਣ ਦਾ ਭਾਵ ਇਹ ਹੈ ਕਿ ਲਾਲਪੁਰਾ ਸਾਹਿਬ ਉਦੋਂ ਆਏ, ਵੱਖ-ਵੱਖ ਡੈਲੀਗੇਸ਼ਨਸ ਉਹਨਾਂ ਨੂੰ ਮਿਲੇ, ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਅਸੀਂ ਵੱਖਰੇ ਸੀਗੇ। ਉਹਨਾਂ ਨੇ ਵੀ ਦੇਖਿਆ ਕਿ ਨਹੀਂ, ਹਾਂ ਬਿਲਕੁਲ ਇਹ ਹੈਗਾ ਕਿ ਵਿਚਾਰ ਹੋਣੇ ਜ਼ਰੂਰੀ ਨੇ, ਲੇਕਿਨ ਵੱਖਰੇ ਕਿਉਂ ਮਿਲੇ? ਵਿਚਾਰ ਤਾਂ ਇੱਕ ਹੀ ਸੀ, ਸਾਡੇ ਮੰਗ ਵੀ ਸਾਡੇ ਸਾਰਿਆਂ ਦੀ ਇੱਕੋ ਹੀ ਸੀ, ਉਹ ਮੈਮੋਰੈਂਡਮ 'ਚ ਲਿਖਿਆ ਵੀ ਸਾਰਾ ਕੁਝ ਇੱਕ ਹੀ ਹੋਇਆ ਸੀ ਨਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ LG ਸਾਹਿਬ ਨੂੰ ਮਿਲੇ, ਦੇਖੋ ਅੱਜ ਸਾਡੇ ਕੋਲ ਜਿਹੜੀ ਅਸਾਈਨਮੈਂਟ ਸੀ ਅਸੀਂ ਉਸ ਅਸਾਈਨਮੈਂਟ ਦੇ ਥਰੂ ਮਿਲੇ, ਔਰ ਉਹ ਸਾਡਾ ਜਿਹੜਾ ਮਿਲਣਾ ਸੀ ਇੱਕ ਆਫੀਸ਼ੀਅਲ ਮੀਟਿੰਗ ਹੈ, ਉਸ ਦੀ ਕੋਈ ਨਾ ਕੋਈ ਰਿਜ਼ਲਟ ਉਹਨਾਂ ਨੂੰ ਦੇਣਾ ਪਏਗਾ, ਮਤਲਬ। ਔਰ ਬੜਾ ਪੋਜ਼ਿਟਿਵ ਰਿਸਪੌਂਸ ਸੀਗਾ ਸਾਡੇ LG ਸਾਹਿਬ ਦਾ, ਮੈਂ ਕਹਾਂਗਾ ਉਹਨਾਂ ਦਾ ਅਸੀਂ ਥੈਂਕਸ ਕਰਾਂਗੇ ਕਿ ਬੜੇ ਬਿਜੀ ਸ਼ਡਿਊਲ ਦੇ ਵਿੱਚ ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਔਰ ਟਾਈਮ ਦੇ ਕੇ ਉਹਨਾਂ ਨੇ ਸਾਡੇ ਨਾਲ ਆਫੀਸ਼ੀਅਲ ਮੀਟਿੰਗ ਕੀਤੀ, ਔਰ ਸਾਡੀਆਂ ਜਿਹੜੀਆਂ ਗੱਲਾਂ ਸਨ, ਜੋ ਅਸੀਂ 2-3-4 ਡਿਮਾਂਡਸ ਰੱਖੀਆਂ ਸੀ ਜੋ ਕਮਿਸ਼ਨ ਦੇ ਵੱਲੋਂ, ਉਹ ਉਹਨਾਂ ਨੇ ਬਿਲਕੁਲ ਸਾਡੀਆਂ ਸੁਣੀਆਂ, ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਵਿਦਿਨ 1 ਮੰਥ ਇਹਨਾਂ ਦੇ ਉੱਤੇ ਕੰਮ ਕਰਦੇ ਹਾਂ। ਇੱਕ ਮੈਂ ਤੁਹਾਡੀ ਗੱਲ ਟੋਕੂੰਗੀ, ਹੁਣ ਜਿੱਦਾਂ ਤੁਸੀਂ LG ਸਾਹਿਬ ਦੀ ਗੱਲ ਕੀਤੀ, ਠੀਕ ਹੈ, LG ਸਾਹਿਬ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਮਿਲੇ, ਠੀਕ ਹੈ, ਸਾਡੀ ਸਰਕਾਰ ਨੇ ਗੱਲ ਬੜੀ ਚੰਗੇ ਤਰੀਕੇ ਨਾਲ ਸੁਣੀ, ਹੁਣ ਤੁਸੀਂ ਤਿਆਰ ਹੋ ਫਿਰ ਤੁਹਾਨੂੰ ਸਰਕਾਰ ਨਾਲ ਜੋੜ ਦੇਣਾ ਕਿ ਇਹਨਾਂ ਨੇ ਸਰਕਾਰ ਦੀ ਤਾਰੀਫ ਕਰਨੀ। ਮਿਨਿਸਟਰ ਬਣ ਜਾਂਦਾ ਤੇ ਸਾਂਝਾ ਹੁੰਦਾ, ਜਦੋਂ ਹੋਮ ਮਿਨਿਸਟਰ ਬਣ ਗਿਆ ਸਾਂਝਾ, ਜਦੋਂ ਉਹ ਪਹਿਲਾਂ ਸੀਗਾ ਕਿਸੇ ਵੀ ਪਾਰਟੀ ਨਾਲ ਤਲਕ ਰੱਖਦਾ ਹੋਏ, ਅਸੀਂ ਨਹੀਂ ਕਹਿ ਰਹੇ, ਪਰ ਅੱਜ ਜੇਕਰ LG ਸਾਹਿਬ ਨੇ ਤੇ LG ਸਾਹਿਬ ਸਾਂਝੇ ਨੇ ਸਾਰਿਆਂ ਜੀ। ਔਰ ਜ਼ਰੂਰ ਕਿਉਂ ਨਾ ਅਸੀਂ ਸਾਡੇ ਜਿਹੜੇ ਸੇਵਾ ਭਾਵ ਲੈ ਕੇ ਚੱਲ ਰਹੇ ਨੇ, ਜਿਹੜੇ ਸਾਡੀ ਕੌਮ ਦੇ ਵਿੱਚ ਕੁਝ ਫੇਸਿਸ ਹੈਗੇ ਨੇ, ਉਹਨਾਂ ਦਾ ਸਾਥ ਦਈਏ। ਜਿੱਦਾਂ ਵੀਰ ਜੀ ਉਹਨਾਂ ਨੇ ਕਿਹਾ ਵਾ ਕਿ ਕੰਮ ਕੋਈ ਵੀ ਕਰਾਵੇ, ਮਸਲਾ ਕੋਈ ਵੀ ਹੱਲ ਕਰਾਵੇ, ਬਸ ਸਾਡੀ ਕੌਮ ਦੇ ਮਸਲੇ ਨੇ ਜਿਹੜੇ ਉਹ ਹੱਲ ਹੋਣੇ ਚਾਹੀਦੇ ਨੇ। ਸੋ ਅਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਰੰਜਿਸ਼ਾਂ ਕੱਢ ਕੇ, ਨਿੱਜੀ ਜਿਹੜੇ ਸਾਡੇ ਆਪਸ ਦੇ ਵਖਰੇਵੇਂ ਨੇ ਉਹਨਾਂ ਨੂੰ ਛੱਡ ਕੇ ਕੌਮੀ ਹਿੱਤਾਂ ਵੱਲ ਆਈਏ, ਰਲ ਕੇ ਹਮਲਾ ਮਾਰੀਏ ਸਾਰੇ, ਤਾਂ ਕਿ ਕੌਮ ਦਾ ਇੱਕ ਵਧੀਆ ਨਕਸ਼ਾ ਅਸੀਂ ਪੇਸ਼ ਕਰ ਸਕੀਏ।